ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰਾਂ ਨੇ ਗੁਰੂ ਰਾਹੀਂ ਸਾਡੀ ਜਾਂਚ ਸਾਨੂੰ ਸਮਝਾਇਆ ਵੀ ਸਾਡੇ ਜੀਵਨ ਦਾ ਕੀ ਮਕਸਦ, ਕੀ ਅਤੇ ਕਿਵੇਂ ਅਸੀਂ ਉਸ ਮਨੋਰਥ ਨੂੰ ਪੂਰਾ ਕਰ ਸਕਦੇ ਵਾਸਤੇ ਫਿਰ ਵੀ ਸਾਡੇ 'ਤੇ ਕਿਰਪਾ ਕਰੋ, ਸਾਨੂੰ ਐਸੀ ਮੱਤ ਦੇ ਜਿਹਦੇ ਨਾਲ ਅਸੀਂ ਤੇਰੀ ਅਰਾਧਨਾ ਕਰੀ, ਤੇਰੀ ਭਗਤੀ ਕਰੀ ਅਤੇ ਦਾਨ ਮੰਗੇ ਆ ਵੀ ਸਾਡੇ 'ਤੇ ਕਿਰਪਾ ਕਰੋ, ਸਾਨੂੰ ਸਾਧੂਆਂ ਦੇ ਚਰਨਾਂ ਦੀ ਧੂੜੀ ਮਿਲ ਜੇ। ਉਹਦੇ ਵਾਸਤੇ ਫਿਰ ਬੇਨਤੀਆਂ ਕਰਦੀ। ਸਤਿਗੁਰੂ ਫਰਮਾਉਂਦੇ, ਸਾਮਤ ਦੇਹੋ ਦਿਆਲ ਪ੍ਰਭ, ਜਿਤ ਤੁਮੇ ਅਰਾਧਾ, ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਦ। ਬਈ ਤੇਰੇ ਸਾਧੂਆਂ ਦੀ, ਜਿਹੜੇ ਤੇਰੇ ਪਿਆਰੇ, ਉਹਨਾਂ ਦੇ ਚਰਨਾਂ ਦੀ ਸਾਨੂੰ ਧੂੜੀ ਮਿਲ ਜੇ। ਐਸੀ ਸਾਨੂੰ ਮੱਤ ਦੇ ਦਿਓ ਜਿਹਦੇ ਨਾਲ ਅਸੀਂ ਤੇਰੀ ਅਰਾਧਨਾ ਕਰੀਏ, ਤੈਨੂੰ ਧਿਆਈਏ। ਹੁਣ ਇਹ ਮੱਤ, ਇਸ ਮੱਤ ਫਿਰ ਸਾਨੂੰ ਗੁਰੂ ਤੋਂ ਮਿਲਦੀ, ਸਾਧੂ ਜਨਾਂ ਤੋਂ ਮਿਲਦੀ। ਜਦੋਂ ਅਸੀਂ ਸਾਧ ਸੰਗਤ ਕਰਦੇ, ਸਾਧੂਆਂ ਦੇ ਚਰਨਾਂ ਦੀ ਧੂੜੀ ਸਾਨੂੰ ਮਿਲਦੀ। ਸਾਧੂਆਂ ਦੀ ਧੂੜੀ ਕੀ ਹੁੰਦੀ? ਉਹਨਾਂ ਦੇ ਬਚਨ। ਜਦੋਂ ਅਸੀਂ ਸਾਧੂ ਜਨਾਂ ਦੇ ਬਚਨ ਸੁਣਦੇ ਹਾਂ, ਬਚਨਾਂ ਦੀ ਧੂੜੀ ਸਾਡੇ ਹਿਰਦੇ 'ਤੇ ਪੈਂਦੀ, ਸਾਡੇ ਮਨ 'ਤੇ ਪੈਂਦੀ, ਸਾਡੇ ਮਨ ਦੀ ਮੈਲ ਉਤਰਦੀ, ਅਤੇ ਫਿਰ ਹੀ ਸਾਨੂੰ ਉਹ ਮੱਤ ਆਉਂਦੀ ਜਿਹਦੇ ਨਾਲ ਅਸੀਂ ਪਰਮਾਤਮਾ ਨੂੰ ਧਿਆਉਣਾ।
ਜਿਹਦੇ ਨਾਲ ਅਸੀਂ ਮਾਲਕ ਦੀ ਆਰਾਧਨਾ ਕਰ। ਇਸ ਵਾਸਤੇ ਫਿਰ ਮੰਗਦੇ ਵੀ ਸਾਡੇ 'ਤੇ ਕਿਰਪਾ ਕਰੋ, ਸਾਡੇ 'ਤੇ ਬਖਸ਼ਿਸ਼ ਕਰੋ, ਸਾਨੂੰ ਸਾਧੂਆਂ ਦੀ ਧੂੜੀ ਮਿਲ ਚ, ਸਾਨੂੰ ਸਾਧ ਸੰਗਤ ਮਿਲ ਚ। ਸਤਿਗੁਰੂ ਫਰਮਾਉਂਦੇ ਵੀ ਸਾਡੇ 'ਤੇ ਬਖਸ਼ਿਸ਼ ਕਰ। ਕਹੋ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀਜੈ। ਕਿ ਸਾਡੇ 'ਤੇ ਬਖਸ਼ਿਸ਼ ਕਰੋ, ਸਾਨੂੰ ਸਾਧ ਸੰਗਤ ਦਿਓ ਜਿਹੜੀ ਤੈਨੂੰ ਬੜੀ ਪਿਆਰੀ ਲੱਗਦੀ, ਜਿੱਥੇ ਸਾਧੂ ਜਨ ਸੰਤ ਜਨ ਮਾਲਕ ਦੀ ਉਸਤਤ ਕਰਦੇ, ਉਹਦੀ ਵਡਿਆਈ ਕਰਦੇ, ਉਹ ਸਾਧ ਸੰਗਤ ਮਾਲਕ ਨੂੰ ਬੜੀ ਪਿਆਰੀ ਲੱਗਦੀ। ਜਦੋਂ ਅਸੀਂ ਐਸੀ ਸਾਧ ਸੰਗਤ 'ਚ ਜਾਵਾਂਗੇ ਤੇ ਆਪਣੇ 'ਤੇ ਵੀ ਕਿਰਪਾ ਹੋ ਜਾਏਗੀ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਜੇ ਅਸੀਂ ਜਿਹੜੇ ਪਰਮਾਤਮਾ ਦੇ ਦਾਸ ਨੇ, ਸੰਤ ਸਾਧੂ ਜਨ ਗੁਰਮੁਖ ਮਾਲਕ ਦੇ ਦਾਸ ਹੁੰਦੇ, ਜੇ ਅਸੀਂ ਉਹਦੇ ਦਾਸਾਂ ਦੇ ਦਾਸ ਬਣ ਜਾਈਏ ਫਿਰ ਅਸੀਂ ਪਰਮਾਤਮਾ ਨੂੰ ਮਿਲ ਸਕਦੇ। ਮਹਾਰਾਜ ਫਰਮਾਉਂਦੇ ਦਾਸਨ ਦਾਸ ਹੋਏ ਤਾਂ ਹਰ ਮਿਲੇ। ਫਿਰ ਹੀ ਮਾਲਕ ਮਿਲਦਾ ਜੇ ਅਸੀਂ ਉਹਦੇ ਦਾਸਾਂ ਦੀ, ਜਿਹੜੇ ਉਹਦੇ ਪਿਆਰੇ, ਉਹਨਾਂ ਦੀ ਚਰਨਾਂ ਦੀ ਧੂੜੀ ਲੈਂਦੇ, ਉਹਨਾਂ ਦੇ ਬਚਨਾਂ ਨੂੰ ਸੁਣਦੇ, ਫਿਰ ਉਹ ਸਾਨੂੰ ਸਮੱਤ ਦਿੰਦੇ, ਸਾਨੂੰ ਮੱਤ 'ਤੇ ਬੁੱਧ ਆਉਂਦੀ, ਸਾਡੀ ਬੁੱਧ ਵਿਵੇਕ ਹੁੰਦੀ। ਸਾਧ ਸੰਗਤ ਨੂੰ ਪਾਰਸ ਦਾ ਨਾਮ ਦਿੱਤਾ। ਜਿਵੇਂ ਲੋਹਾ ਜਦੋਂ ਪਾਰਸ ਦੇ ਨਾਲ ਲੱਗਦਾ ਹੈ ਉਹ ਕੰਚਨ ਹੋ ਜਾਂਦਾ, ਉਹ ਸੋਨਾ ਬਣ ਜਾਂਦਾ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਮਨ ਹੈ ਇਹ ਲੋਹਾ ਰੂਪ ਹੋ ਚੁੱਕਿਆ ਹੁਣ। ਜਦੋਂ ਅਸੀਂ ਸਾਧ ਸੰਗਤ 'ਚ ਆਉਂਦੇ ਫਿਰ ਇਹ ਪਾਰਸ ਦੇ ਨਾਲ ਲਾ ਕੇ ਇਹ ਕੰਚਨ ਹੋ ਜਾਂਦੀ, ਸਾਡੀ ਬੁੱਧ ਹੈ ਜਿਹੜੀ ਉਹ ਵਿਵੇਕ ਹੋ ਜਾਂਦੀ, ਸਾਨੂੰ ਵਿਵੇਕ ਗਿਆਨ ਹੋ ਜਾਂਦਾ। ਮਹਾਰਾਜ ਫਰਮਾਉਂਦੇ ਸਾਧ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਬਈ ਜਿਵੇਂ ਪਾਰਸ ਦੇ ਨਾਲ ਲਾ ਕੇ ਲੋਹਾ ਕੰਚਨ ਹੋ ਗਿਆ, ਸਾਧ ਸੰਗਤ 'ਚ ਮਿਲ ਕੇ ਸਾਡਾ ਮਨ ਹੈ ਜਿਹੜਾ ਇਹ ਸ਼ੁੱਧ ਹੋ ਜਾਂਦਾ, ਇਹ ਕੰਚਨ ਵਾਂਗੂ ਹੋ ਜਾਂਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਵਡਿਆਈ ਹੈ ਸਾਧ ਸੰਗਤ ਦੀ। ਜਦੋਂ ਅਸੀਂ ਕਰਾਂਗੇ ਸਾਡੇ ਅੰਦਰ ਜਿਹੜੀ ਦੁਬਦਾ ਹੁੰਦੀ, ਜਿਹੜੀ ਸਾਡੀ ਮੱਤ ਮਲੀਨ ਹੋ ਚੁੱਕੀ ਹੁੰਦੀ, ਮੈਲੀ ਹੋ ਚੁੱਕੀ ਹੁੰਦੀ, ਦੁਰਮਤ ਦੀ ਅਗਨ ਦੇ ਵਿੱਚ, ਬੈਰ ਵਿਰੋਧ ਦੇ ਵਿੱਚ, ਇਹ ਸਾਡਾ ਮਨ ਸੜ ਰਿਹਾ ਹੁੰਦਾ, ਫਿਰ ਇਹ ਸਾਡੇ ਅੰਦਰੋਂ ਜਿਹੜੀ ਪਰਾਈ ਤਾਤ ਹੈ ਇਹ ਖਤਮ ਹੋ ਜਾਂਦੀ। ਮਹਾਰਾਜ ਫਰਮਾਉਂਦੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣਾ। ਬਈ ਜਦੋਂ ਸਾਨੂੰ ਸਾਧ ਸੰਗਤ ਮਿਲੀ ਜਿਹੜੀ ਸਾਡੇ ਅੰਦਰ ਪਰਾਈ ਤਾਪ ਸੀ, ਈਰਖਾ ਸੀ, ਜਿਹੜੀ ਦੁਬਦਾ ਸੀ ਉਹ ਖਤਮ ਹੋ ਗਈ। ਜਿਹੜਾ ਸਾਡੇ ਅੰਦਰ ਸਾੜਾ ਸੀ, ਜਿਹੜਾ ਅਸੀਂ ਦੂਸਰਿਆਂ ਨੂੰ ਦੇਖ ਦੇਖ ਕੇ ਸੜਦੇ ਸੀ, ਜਿਹੜਾ ਸਾਡਾ ਮਨ ਈਰਖਾ ਕਰਦਾ ਸੀ, ਸਾਧ ਸੰਗਤ ਕਰਕੇ ਉਹ ਜਿਹੜੀ ਈਰਖਾ ਹੁੰਦੀ, ਉਹ ਜਿਹੜੀ ਜਲਨ ਹੁੰਦੀ, ਉਹ ਖਤਮ ਹੋ ਜਾਂਦੀ। ਸਾਡਾ ਜਿਹੜਾ ਮਨ ਹੈ ਉਹ ਸੀਤਲ ਹੋ ਜਾਂਦਾ। ਫਿਰ ਸਾਨੂੰ ਗੁਰਮੁਖ ਸਾਧੂ ਜਨ
ਭੇਤ ਦਿੰਦੇ ਨਾਮ ਦਾ, ਜੋ ਧੁਰ ਤੋਂ ਨਾਮ ਜਿਹੜਾ ਪ੍ਰਗਟ ਹੋ ਰਿਹਾ ਮਾਲਕ ਦੇ ਮੁਖ ਦੇ ਵਿੱਚ, ਉਹਨੂੰ ਕਹਿੰਦੇ ਅਨਹਦ ਬਾਣੀ। ਫਿਰ ਜਦੋਂ ਅਸੀਂ ਉਹ ਅਨਹਦ ਬਾਣੀ ਨੂੰ, ਨਾਮ ਨੂੰ ਸੁਣਦੇ, ਸਾਡੀ ਜਿਹੜੀ ਚਿੰਤਾ ਫਿਕਰ ਹੁੰਦੀ ਉਹ ਸਾਰੀ ਖਤਮ ਹੋ ਜਾਂਦੀ। ਮਾਰੇ ਫਰਮਾਉਂਦੇ ਧੁਰ ਕੀ ਬਾਣੀ ਆਈ, ਤੈਨ ਸਗਲੀ ਚਿੰਤ ਮਟਾਈ। ਵੀ ਸਾਡਾ ਜਿਹੜਾ ਮਨ ਸੀ ਉਹਦੀ ਚਿੰਤਾ ਜਿਹੜੀ ਖਤਮ ਹੋ ਗਈ। ਫਿਰ ਇਸ ਲਈ ਆਪਾਂ ਨੂੰ ਸਮਝਾਉਂਦੇ ਵੀ ਫਿਰ ਸਾਡਾ ਮਨ ਹੈ ਜਿਹੜਾ ਇਹ ਸੀਤਲ ਹੋ ਜਾਂਦਾ, ਠੰਡਾ ਹੋ ਜਾਂਦਾ। ਹੁੰਦਾ ਫੇਰ ਹੀ ਹੈ ਜਦੋਂ ਅਸੀਂ ਸਾਧ ਸੰਗਤ ਕਰਦੇ, ਜਦੋਂ ਸਾਧ ਸੰਗਤ ਦੀ ਧੂੜੀ ਸਾਡੇ ਮਨ ਦੇ ਉੱਤੇ ਪੈਂਦੀ, ਤਾਂਹੀਓ ਫਿਰ ਮਹਾਰਾਜ ਬੇਨਤੀ ਕਰਦੇ ਵੀ ਸਾਡੇ 'ਤੇ ਕਿਰਪਾ ਕਰ, ਸਾਨੂੰ ਐਸੀ ਮੱਤ ਦੇ ਦਿਓ ਜਿਹਦੇ ਨਾਲ ਅਸੀਂ ਤੇਰੀ ਆਰਾਧਨਾ ਕਰੀਏ, ਤੈਨੂੰ ਧਿਆਈਏ। ਅਤੇ ਐਸੀ ਬਖਸ਼ਿਸ਼ ਕਰ ਦਿਓ ਵੀ ਸਾਨੂੰ ਸਾਧੂ ਜਨਾਂ ਦੇ ਚਰਨਾਂ ਦੀ ਧੂੜੀ ਮਿਲ ਜੇ। ਮਹਾਰਾਜ ਤਾਂਹੀਓ ਫਰਮਾਉਂਦੇ ਸਾਮਤ ਦਿਓ ਦਿਆਲ ਪ੍ਰਭ, ਜਿਤ ਤੁਮੇ ਅਰਾਧਾ, ਨਾਨਕ ਮੰਗੇ ਦਾਨ ਪ੍ਰਭ, ਰੇਨ ਭਜ ਸਾਧਾ। ਵੀ ਸਾਨੂੰ ਦਾਨ ਦੇ ਦਿਓ। ਕਾਹਦਾ ਦਾਨ? ਵੀ ਸਾਨੂੰ ਸਾਧ ਸੰਗਤ, ਸਾਧੂਆਂ ਦੇ ਚਰਨਾਂ ਦੀ ਧੂੜੀ, ਸਾਨੂੰ ਉਹਨਾਂ ਦੀ ਸੰਗਤ ਮਿਲ ਜੇ, ਉਹਨਾਂ ਦੇ ਵਚਨਾਂ ਦੀ ਧੂੜੀ ਮਿਲ ਜੇ, ਤਾਂ ਕਿ ਅਸੀਂ ਆਪਦੇ ਜੀਵਨ ਦਾ ਲਾਹਾ ਕੱਟ ਲਈਏ। ਸੋ ਇਸ ਵਾਸਤੇ ਫਿਰ ਸਾਧ ਸੰਗਤ ਦੀ ਬਹੁਤ ਮਹਿਮਾ, ਬਹੁਤ ਵਡਿਆਈ ਕੀਤੀ ਸਤਿਗੁਰਾਂ ਨੇ ਗੁਰਬਾਣੀ ਗੁਰੂ ਵਿੱਚ। ਬਈ ਆਪਣੀ ਮੱਤ ਦੁਆਰਾ ਅਸੀਂ ਜੋ ਮਰਜ਼ੀ ਕਰਤੀ, ਸਾਡਾ ਜਿਹੜਾ ਮਨ ਹੈ ਉਹ ਟਿਕਾ ਵਿੱਚ ਨਹੀਂ ਆਉਂਦਾ, ਸਾਡੇ ਅੰਦਰੋਂ ਦੁਬਦਾ, ਈਰਖਾ ਜਾਂਦੀ ਨਹੀਂ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਇਹ ਸਾਰਾ ਕੁਝ ਅਸੀਂ ਪਹਿਲਾਂ ਕਰਕੇ ਦੇਖਿਆ। ਕੀ ਕੀਤਾ? ਗੁਰੂ ਅਰਜਨ ਦੇਵ ਜੀ ਦੱਸਦੇ ਵੀ ਪਾਠ ਪੜ੍ਹੇ, ਵੇਦਾਂ ਨੂੰ ਵਿਚਾਰਿਆ, ਜਿਹੜੇ ਨਿਵਲ ਭਿਅੰਗਮ ਸੀ, ਵੀ ਜਿਹੜੇ ਯੋਗ ਮਤ ਦੇ ਸਾਧਨ ਉਹ ਵੀ ਅਪਣਾਏ, ਪਰ ਜਿਹੜਾ ਮਨ ਸੀ ਇਹਦਾ ਸੰਗ ਇਹਨਾਂ ਪੰਜਾਂ ਤੋਂ ਨਾ ਛੁੱਟੇ। ਨਾਲ ਨਾਲ ਹੋਰ ਹੰਕਾਰ ਜਿਹੜਾ ਸੀ ਉਹ ਵੱਧ ਗਿਆ, ਉਹ ਨਾ ਗਿਆ। ਮਾਰੇ ਫਰਮਾਉਂਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁੱਟ ਕੇ, ਅਧਿਕ ਅਹਮ ਬੁੱਧ ਵਾਧੇ, ਪਿਆਰੇ ਐਨ ਬਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾਂ, ਹਾਰ ਭਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਬਈ ਇਹ ਸਾਰਾ ਕੁਛ ਕਰਕੇ ਉਹਨਾਂ ਨੇ ਸਾਨੂੰ ਦੱਸਿਆ ਵੀ ਹੋਰ ਵੀ ਜੋ ਸਾਧਨ ਅਪਣਾਏ, ਉਹਨਾਂ ਨੇ ਸਾਰਾ ਭੇਦ ਦਿੱਤਾ ਇਸ ਸ਼ਬਦ ਦੇ ਵਿੱਚ। ਫਿਰ ਅਖੀਰ ਨੂੰ ਉਹਨਾਂ ਨੇ ਨਿਚੋੜ ਦੱਸੀ ਵੀ ਜਿਹੜਾ ਸਭ ਤੋਂ ਉੱਤਮ ਹੈ ਉਹ ਹੈ ਸਾਧ ਸੰਗਤ। ਪਰ ਪ੍ਰਾਪਤ ਉਹਨਾਂ ਨੂੰ ਹੁੰਦੀ ਜਿਨ੍ਹਾਂ ਦੇ ਪੂਰਬਲੇ ਪਿਛਲੇ ਕੋਈ ਕਰਮ ਚੰਗੇ ਹੁੰਦੇ, ਵੱਡੇ ਕਰਮ ਹੁੰਦੇ। ਮਾਰੇ ਫਰਮਾਉਂਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੂਰਬ ਲਿਖੀ ਕਾ ਲੈਣਾ। ਵੀ ਸਭ ਤੋਂ ਜਿਹੜੀ ਸ੍ਰੇਸ਼ਟ ਹੈ ਉਹ ਸਾਧ ਸੰਗਤ। ਪ੍ਰਾਪਤ ਕਿਹਨਾਂ ਨੂੰ ਹੁੰਦੀ? ਜਿਨ੍ਹਾਂ ਦੇ ਪੂਰਬਲੇ ਕਰਮ, ਪਿਛਲਾ ਕੋਈ ਚੰਗਾ ਅੰਕਰ ਪ੍ਰਗਟ ਹੁੰਦਾ। ਜਦੋਂ ਸਾਡੇ ਪਿਛਲੇ ਕੋਈ ਚੰਗੇ ਕਰਮ ਹੁੰਦੇ
फिर सानू ये साध संगत मिलती। मारे ताइयों फरमाउंदे वड भागी साध संगत पावे, भागहीन भरम चोटां खावे, बिन भागां सतसंग न लभे, बिन संगत मैल भरी जै जीव। बई बिना भागां तो बिना ही चंगे कर्मां तो सानू ये साध संगत नहीं लभदी। जद तक जीव साध संगत नहीं करत उन्ना समा फिर वो जो मर्जी करी चले, ਉਹਦਾ ਜਿਹੜਾ ਮਨ ਹੈ ਉਹ ਨਿਰਮਲ ਨਹੀਂ ਹੁੰਦਾ, ਉਹਦਾ ਮਨ ਸ਼ੁੱਧ ਨਹੀਂ ਹੁੰਦਾ, ਉਹਦੇ ਮਨ ਤੋਂ ਮੈਲ ਨਹੀਂ ਜਾਂਦੀ। ਫਿਰ ਇਸ ਵਾਸਤੇ ਸਮਝਾਉਂਦੇ ਵੀ ਵੱਡੇ ਭਾਗਾਂ ਦੇ ਨਾਲ ਸਾਨੂੰ ਇਹ ਸਾਧ ਸੰਗਤ ਮਿਲਦੀ ਜਦੋਂ ਸਾਡਾ ਪਿਛਲਾ ਕੋਈ ਚੰਗਾ ਕਰਮ ਕੀਤਾ ਹੋਇਆ ਸਾਡਾ ਅੰਕਰ ਜਿਹੜਾ ਉਹ ਪ੍ਰਗਟ ਹੁੰਦਾ। ਫਿਰ ਫਰਮਾਉਂਦੇ ਪੂਰਬ ਕਰਮ ਅੰਕਰ ਜਾ ਪ੍ਰਗਟਿਓ, ਭੇਟਿਓ ਪੁਰਖ ਰਸਕ ਵੈਰਾਗੀ। ਫਿਰ ਹੀ ਸਾਡੇ ਅੰਦਰ ਵਿਰਾਗ ਪੈਦਾ ਹੁੰਦਾ, ਫਿਰ ਹੀ ਸਾਨੂੰ ਸਾਧ ਸੰਗਤ ਮਿਲਦੀ, ਫਿਰ ਹੀ ਅਸੀਂ ਆਪਦੇ ਜੀਵਨ ਦਾ ਜਿਹੜਾ ਸਾਡੇ ਮਨੋਰਥ ਹੈ ਫਿਰ ਹੀ ਅਸੀਂ ਇਸ ਮਨੋਰਥ ਨੂੰ ਪੂਰਾ ਕਰਦੇ। ਸਤਿਗੁਰੂ ਕਹਿੰਦੇ ਵੀ ਚਾਹੇ ਪੁਰਾਤਨ ਸਮਿਆਂ ਦੇ ਵਿੱਚ ਚਾਹੇ ਹੁਣ ਦੇ ਸਮੇਂ ਦੇ ਵਿੱਚ ਜਿਹੜੇ ਵੀ ਮਾਲਕ ਨੂੰ ਮਿਲੇ ਨੇ ਉਹ ਮਿਲੇ ਨੇ ਸਾਧ ਸੰਗਤ ਕਰਕੇ। ਮਾਰੇ ਫਰਮਾਉਂਦੇ ਜਿਨ ਕਿਨੀ ਪਾਇਆ ਸਾਧ ਸੰਗਤੀ ਪੂਰੇ ਭਾਗ ਵੈਰਾਗ। ਬਈ ਜਿਨ੍ਹਾਂ ਨੇ ਵੀ ਪਾਇਆ ਸਾਧ ਸੰਗਤ ਕਰਕੇ ਹੀ ਪਾਏ, ਚਾਹੇ ਪੁਰਾਤਨ ਸਮੇਂ ਦੇ ਵਿੱਚ ਚਾਹੇ ਹੁਣ ਦੇ ਸਮੇਂ ਦੇ ਵਿੱਚ। ਤਾਈਆਂ ਸਾਨੂੰ ਫਰਮਾਉਂਦੇ ਜੋ ਜੋ ਤਰਿਓ ਪੁਰਾਤਨ ਨਵਤਨ, ਭਗਤ ਭਾਏ ਹਰ ਦੇਵਾ, ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ। ਸੰਤਾਂ ਦੀ ਸੇਵਾ ਕਰਕੇ, ਸਾਧੂ ਜਨਾਂ ਦੀ ਸੇਵਾ ਕਰਕੇ, ਉਹਨਾਂ ਦਾ ਸੰਗ ਕਰਕੇ ਫਿਰ ਹੀ ਮਿਲਿਆ ਜਾਂਦਾ। ਚਾਹੇ ਪੁਰਾਤਨ ਸਮੇਂ 'ਚ ਜਿਹੜੇ ਮਿਲੇ ਗੁਰਮੁਖ, ਚਾਹੇ ਹੁਣ ਦੇ ਸਮੇਂ ਵਿੱਚ ਮਿਲੇ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਸਾਧ ਸੰਗਤ ਕਰੋ। ਜਿਹੜੇ ਜੀਵ ਨਹੀਂ ਸਾਧ ਸੰਗਤ 'ਚ ਆਉਂਦੇ ਫਿਰ ਉਹਨਾਂ ਨੂੰ ਤਾਈਓ ਮਹਾਰਾਜ ਫਟਕਾਰਾਂ ਪਾਉਂਦੇ। ਫਰਮਾਉਂਦੇ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਵੇ, ਧਰੈਕ ਜੀਵੈ ਧਰੈਕ ਜੀਵਾਸ। ਵੀ ਉਹਨਾਂ ਦਾ ਜਿਉਣਾ ਧਰੈਕ, ਕਿਉਂਕਿ ਸਾਧ ਸੰਗਤ ਤੋਂ ਬਿਨਾਂ ਅਸੀਂ ਤਰ ਨਹੀਂ ਸਕਦੇ, ਆਪਦੇ ਜੀਵਨ ਦਾ ਲਾਹਾ ਨਹੀਂ ਖੱਟ ਸਕਦੇ। ਹੁਣ ਸੰਸਾਰ ਦੇ ਵਿੱਚ ਜੀਵ ਲੱਭਦੇ ਤਾਂ ਹੈਗੇ, ਢੂੰਡ ਤਾਂ ਰਹੇ ਨੇ, ਪਰ ਮਹਾਰਾਜ ਕਹਿੰਦੇ ਲੱਭਦੇ ਅੰਨਿਆਂ ਵਾਂਗ, ਕਿਉਂਕਿ ਕੋਲੇ ਗਿਆਨ ਦਾ ਚਾਨਣ ਨਹੀਂ, ਉਹ ਅੱਖ ਨਹੀਂ ਹੈ ਦੇਖਣ ਵਾਲੀ। ਜਿਨ੍ਹਾਂ ਦਾ ਸੰਗ ਕਰਕੇ ਅਸੀਂ ਤਰ ਸਕਦੇ ਹਾਂ ਉਹ ਸੰਤਾਂ ਨੂੰ ਚੀਨਦੇ ਨਹੀਂ, ਉਹਨਾਂ ਦੀ ਪਹਿਚਾਣ ਨਹੀਂ ਕਰਦੇ। ਮਹਾਰਾਜ ਤਾਈਓ ਫਰਮਾਉਂਦੇ ਢੂੰਡਤ ਢੂੰਡੇ ਅੰਧਗਤ, ਔਰ ਚੀਨਤ ਨਾਹੀ ਸੰਤ, ਕਹਿ ਨਾਮਾ ਕਿਉਂ ਪਾਈਏ ਬਿਨ ਭਗਤੋ ਭਗਵੰਤ। ਬਈ ਲੱਭਦੇ ਤਾਂ ਹੈਗੇ, ਢੂੰਡਦੇ ਤਾਂ ਹੈਗੇ, ਪਰ ਅੰਨਿਆਂ ਵਾਂਗ। ਸੰਤਾਂ ਨੂੰ ਚੀਨਦੇ ਨਹੀਂ, ਸੰਤਾਂ ਦੀ ਪਹਿਚਾਣ ਨਹੀਂ ਹੈ ਵੀ ਜਿਨ੍ਹਾਂ ਦਾ ਸੰਗ ਕਰਕੇ ਅਸੀਂ ਮਿਲ ਸਕਦੇ, ਜਿਨ੍ਹਾਂ ਦਾ ਸੰਗ ਕਰਕੇ ਅਸੀਂ ਤਰ ਸਕਦੇ, ਜਿਨ੍ਹਾਂ ਦਾ ਬਚਨ ਮੰਨ ਕੇ। ਤਾਈਓ ਮਾਰੇ ਕਹਿੰਦੇ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਏ। ਕਿ ਜੇ ਅਸੀਂ ਸੰਤਾਂ ਦਾ ਬਚਨ ਕਮਾਵਾਂਗੇ ਫਿਰ ਹੀ ਅਸੀਂ ਤਰਾਂਗੇ, ਨਹੀਂ ਤਾਂ ਅਸੀਂ ਤਰ ਨਹੀਂ ਸਕਦੇ। ਹੁਣ ਤਾਈਓ ਫਿਰ ਰੋਜ਼ ਸਤਿਗੁਰੂ ਬੇਨਤੀ ਕਰਦੇ ਵੀ ਸਾਡੇ ਮਨ ਦੇ ਵਿੱਚ ਸ਼ਰਧਾ ਬੜੀ, ਭਾਵਨਾ ਬੜੀ ਹੈ। ਪਰਮਾਤਮਾ ਨੂੰ ਕਹਿੰਦੇ ਵੀ ਤੁਸੀਂ ਅੰਤਰਜਾਮੀ ਹੋ,
ਸਾਡੇ 'ਤੇ ਕਿਰਪਾ ਕਰੋ, ਸਾਨੂੰ ਸੰਤਾਂ ਦੀ ਧੂੜ ਬਖਸ਼ ਦੀ। ਸਾਡਾ ਮਨ ਹੈ ਜਿਹੜਾ ਉਹਨਾਂ ਦੇ ਬਚਨਾਂ ਦੀ ਧੂੜੀ ਹੋ ਜੀ। ਮਹਾਰਾਜ ਫਰਮਾਉਂਦੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੀ। ਨਾਨਕ ਦਾਸ ਇਹ ਸੁਖ ਮੰਗੇ ਮੁਕੋ ਕਰ ਸੰਤਨ ਕੀ ਧੂਰੀ। ਬਈ ਅਸੀਂ ਸੰਤਾਂ ਦੀ ਧੂੜ ਹੋ ਜੀ। ਧੂੜ ਕੀ ਬਈ ਸਾਡਾ ਮਨ ਹੈ ਜਿਹੜਾ ਉਹ ਸੰਤਾਂ ਦੇ ਬਚਨਾਂ ਨੂੰ ਇਸ ਤਰ੍ਹਾਂ ਮੰਨ ਲਵੇ। ਸਤ ਕਰਕੇ ਜਦੋਂ ਅਸੀਂ ਉਹਨਾਂ ਦੇ ਬਚਨਾਂ ਨੂੰ ਮੰਨ ਲਾਂਗੇ, ਹਿਰਦੇ 'ਚ ਵਸਾ ਲਾਂਗੇ, ਅਸੀਂ ਉਹਨਾਂ ਦੇ ਚਰਨਾਂ ਦੀ ਧੂੜੀ ਹੋ ਗਈ। ਜੇ ਹੁਣ ਅਸੀਂ ਉਹਨਾਂ ਦੇ ਬਚਨ ਮੰਨਦੇ ਨਹੀਂ, ਕਮਾਉਂਦੇ ਨਹੀਂ ਹੋ ਜੀ। ਹੁਣ ਚਰਨਾਂ ਦੀ ਧੂੜ, ਹੁਣ ਅਸੀਂ ਬਚਨ ਕਮਾ ਕੇ ਬਚਨ ਮੰਨ ਕੇ ਫਿਰ ਅਸੀਂ ਚਰਨਾਂ ਦੀ ਧੂੜ ਬਣਾਂਗੇ। ਜੇ ਹੁਣ ਬਚਨ ਮੰਨਦੇ ਹੀ ਨਹੀਂ, ਕਮਾਉਂਦੇ ਹੀ ਨਹੀਂ, ਫਿਰ ਅਸੀਂ ਗੱਲਾਂ ਬਾਤਾਂ ਨਾਲ ਕਹੀ ਜਾਵਾਂਗੇ ਵੀ ਅਸੀਂ ਬੜਾ ਮੰਨਦੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ, ਅਸੀਂ ਤਾਂ ਕਿਸੇ ਹੋਰ ਨੂੰ ਮੰਨਦੇ ਨਹੀਂ, ਅਸੀਂ ਤਾਂ ਸਿਰਫ ਗੁਰੂ ਨੂੰ ਹੀ ਮੰਨਦੇ। ਹੁਣ ਗੁਰੂ ਜੋ ਕਹਿ ਰਹੀ ਹੈ, ਜੇ ਅਸੀਂ ਗੁਰੂ ਦਾ ਬਚਨ ਨਹੀਂ ਮੰਨਦੇ ਫਿਰ ਅਸੀਂ ਗੁਰੂ ਨੂੰ ਕਾਹਦਾ ਮੰਨਦੇ। ਮੰਨਣ ਦਾ ਭਾਵ ਇਹ ਹੁੰਦਾ ਵੀ ਗੁਰੂ ਜੋ ਬਚਨ ਕਹਿ ਰਹੇ ਹੈ ਉਹਨਾਂ ਦੇ ਬਚਨਾਂ ਨੂੰ ਮੰਨਣਾ, ਬਚਨਾਂ ਨੂੰ ਕਮਾਉਣਾ, ਹਿਰਦੇ 'ਚ ਵਸਾਉਣਾ। ਜੇ ਤਾਂ ਅਸੀਂ ਬਚਨ ਕਮਾਵਾਂਗੇ, ਮੰਨਾਂਗੇ, ਤੇ ਫਿਰ ਸਾਡਾ ਜਿਹੜਾ ਮਨ ਹੈ ਉਹ ਪਰਮਾਤਮਾ ਦਾ ਹੀ ਰੂਪ ਹੋ ਜੀ। ਸਾਡੇ ਤੇ ਮਾਲਕ 'ਚ ਕੋਈ ਅੰਤਰ ਨਹੀਂ ਰਹਿਣਾ, ਕੋਈ ਫਰਕ ਨਹੀਂ ਰਹਿਣਾ। ਜੇ ਹੁਣ ਅਸੀਂ ਬਚਨ ਕਮਾਉਂਦੇ ਨਹੀਂ, ਮੰਨਦੇ ਨਹੀਂ, ਫਿਰ ਅਸੀਂ ਆਖੀਏ ਵੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਸਾਡੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਨਹੀਂ ਆਉਂਦੀ, ਸਾਡਾ ਮਨ ਬੜਾ ਅਸ਼ਾਂਤ। ਫਿਰ ਸਾਨੂੰ ਕਹਿੰਦੇ ਵੀ ਸੱਚਾ ਸਤਿਗੁਰੂ ਕੀ ਕਰੇ, ਵੀ ਸਤਿਗੁਰੂ ਨੂੰ ਕੀ ਦੋਸ਼ ਜਦੋਂ ਸਿੱਖਾਂ ਨੇ ਗੁਰੂ ਦਾ ਕਹਿਣਾ ਹੀ ਨਹੀਂ ਮੰਨਣਾ, ਬਚਨ ਹੀ ਨਹੀਂ ਮੰਨਣਾ। ਫਿਰ ਐਸੀ ਅਵਸਥਾ 'ਚ ਮਹਾਰਾਜ ਕਹਿੰਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ, ਜਦ ਸਿੱਖਾਂ ਮਾਹੇ ਚੂਕ, ਆਂਦੇ ਏਕ ਨਾ ਲੱਗੇ ਜੋ ਬਾਂਸ ਵਜਾਈਏ ਫੂਕ। ਫਿਰ ਕਹਿੰਦੇ ਵੀ ਸੱਚਾ ਸਤਿਗੁਰੂ ਕੀ ਕਰੇ ਜਦੋਂ ਸਿੱਖ ਨੇ ਕਹਿਣਾ ਹੀ ਨਹੀਂ ਮੰਨਣਾ। ਬਈ ਇੱਕ ਪਾਸੇ ਸੁਣਿਆ, ਦੂਜੇ ਪਾਸੇ ਕੱਢ ਦਿੱਤੀ, ਅੰਦਰੋਂ ਫੇਰ ਖਾਲੀ ਦੇ ਖਾਲੀ, ਬਾਂਸ ਦੇ ਇੱਕ ਪਾਸਿਓਂ ਫੂਕ ਮਾਰੀ, ਦੂਜੇ ਪਾਸੇ ਨਿਕਲ ਗਈ, ਉਹ ਵਿੱਚੋਂ ਫੇਰ ਖਾਲੀ ਦਾ ਖਾਲੀ ਹੀ ਰਹਿ ਗਈ। ਹੁਣ ਇਸੇ ਤਰ੍ਹਾਂ ਹੀ ਸਾਨੂੰ ਫਿਰ ਸਤਿਗੁਰੂ ਸਮਝਾਉਂਦੇ ਵੀ ਜੋ ਸਾਨੂੰ ਗੁਰੂ ਕਹਿ ਰਹੇ ਵੀ ਇਹਨਾਂ ਦਾ ਬਚਨ ਮੰਨ। ਜੇ ਅਸੀਂ ਵਚਨ ਕਮਾਵਾਂਗੇ ਤੇ ਫੇਰ ਹੀ ਸਾਡੇ ਮਨ ਦਾ ਕਲਾ ਕਲੇਸ਼ ਖਤਮ ਹੋਣਾ, ਫੇਰ ਹੀ ਸਾਡੇ ਦੁੱਖਾਂ ਪਾਪਾਂ ਦਾ ਨਾਸ ਹੋਣਾ, ਫੇਰ ਹੀ ਅਸੀਂ ਸੁਖੀ ਹੋਣਾ। ਭਾਈਓ ਸਾਨੂੰ ਰੋਜ਼ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਟਾਵੋ। ਵੀ ਇਹ ਕਲਾ ਕਲੇਸ਼ ਨੂੰ ਮਿਟਾਉਣ ਵਾਸਤੇ ਸਿਮਰਨ ਕਰ। ਸਿਮਰਨ ਦੇ ਨਾਲ ਨਾਲ ਸਾਨੂੰ ਫਿਰ ਗੁਰੂ ਦੀ ਮੱਤ, ਸਾਨੂੰ ਗਿਆਨ ਲੈਣਾ ਪੈਂਦਾ, ਸਾਨੂੰ ਸੋਝੀ ਲੈਣੀ ਪੈਂਦੀ। ਇਹ ਨਾ ਹੋਵੇ ਵੀ ਅਸੀਂ ਆਪਦੀ ਮੱਤ ਦੁਆਰਾ ਸਿਮਰਨ ਵੀ ਕਰੀ ਜਾਈਏ ਤੇ ਆਪਦੀ ਮੱਤ ਮਨਾ ਛੱਡੀ ਵੀ ਅਸੀਂ ਹੋਰ ਹੀ ਮੰਗਾ ਮੰਗੀ ਜਾਈਏ, ਵੀ ਸਾਡਾ ਸੰਸਾਰ ਦਾ ਕੰਮ ਸਵਰ ਜੇ ਤੇ ਅਸੀਂ ਫਿਰ ਸਿਮਰਨ ਕਰਾਂਗੇ, ਫਿਰ ਅਸੀਂ ਇੰਨੇ ਪਾਠ ਕਰਾਂਗੇ, ਸਾਡਾ ਸਰੀਰ ਹੈ ਜਿਹੜਾ ਸਰੀਰ ਤੰਦਰੁਸਤ ਹੋ ਜੇ, ਅਸੀਂ ਤਾਂ ਸਿਮਰਨ ਕਰਾਂਗੇ, ਅਸੀਂ ਤਾਂ ਪਾਠ ਕਰਾਂਗੇ। ਹੁਣ ਇਹ ਜਿਹੜੀਆਂ ਮੰਗਾਂ ਸਾਡੀਆਂ, ਇਹ ਆਪਦੀ ਮੱਤ ਦੁਆਰਾ ਅਸੀਂ ਮੰਗਦੇ ਹਾਂ ਸਾਰਾ ਕੁਛ। ਹੁਣ ਜੇ ਜੀਵ ਆਖੇ ਵੀ ਮੈਂ ਸਦਾ ਤੰਦਰੁਸਤ ਹੀ ਰਹਾਂ ਜਾਂ ਮੈਂ ਸਦਾ ਜਵਾਨ ਹੀ ਰਹਾਂ ਜੀ, ਇਹ ਤਾਂ ਮਾਇਆ ਦੇ ਵਿੱਚ ਬਦਲਾਅ ਆਉਣਾ ਹੀ ਆਉਣਾ।
ਜੇ ਹੁਣ ਅਸੀਂ ਬੱਚੇ ਸੀ ਤੇ ਆਪਾਂ ਕਿਹੜਾ ਸਦਾ ਬੱਚੇ ਹੀ ਰਹਿਣਾ, ਜਵਾਨ ਹੋ ਗਏ। ਜੇ ਹੁਣ ਜਵਾਨ ਹੋ ਗਏ ਤੇ ਆਖੀ ਵੀ ਸਦਾ ਜਵਾਨ ਹੀ ਰਹਿਣਾ ਤੇ ਵਡੇਪਾ ਵੀ ਆਉਣਾ। ਇਹ ਤਾਂ ਸਾਡਾ ਬਦਲਾਵ ਆਉਣਾ ਹੀ ਆਉਣਾ। ਸੋ ਇਸ ਵਾਸਤੇ ਜੇ ਹੁਣ ਅਸੀਂ ਆਖੀਏ ਵੀ ਸਰੀਰ ਨੂੰ ਕੋਈ ਰੋਗ ਨਾ ਲੱਗੇ ਤੇ ਇਹਨੂੰ ਰੋਗ ਵੀ ਲੱਗਣੇ। ਜੇ ਅਸੀਂ ਆਖੀਏ ਵੀ ਸਾਨੂੰ ਦੁੱਖ ਨਾ ਆਵੇ ਤੇ ਦੁੱਖ ਸੰਸਾਰ ਦੇ ਵਿੱਚ ਆਉਣੇ ਹੀ ਆਉਣੇ, ਕਿਉਂਕਿ ਇਹ ਸੰਸਾਰ ਹੈ ਹੀ ਦੁੱਖਾਂ ਦਾ ਘਰ। ਸੁਖੀ ਹੋਣ ਵਾਸਤੇ ਸਾਨੂੰ ਇਹ ਤੋਂ ਉੱਪਰ ਉੱਠਣਾ ਪੈਣਾ। ਸੁਖੀ ਹੋਣ ਵਾਸਤੇ ਸਾਨੂੰ ਗੁਰੂ ਦੀ ਮੱਤ ਧਾਰਨ ਕਰਨੀ ਪੈਣੀ, ਫਿਰ ਅਸੀਂ ਸੁਖੀ ਹੋ ਸਕਦੇ। ਨਹੀਂ ਤਾਂ ਸਾਡੀ ਜਿਹੜੀ ਮੱਤ ਹੈ, ਸਾਡੀ ਆਪਣੀ ਸੋਚ, ਸਾਡੀ ਸਿਆਣਪ ਇਹ ਸਾਨੂੰ ਦੁੱਖਾਂ 'ਚ ਹੀ ਰੱਖੇ। ਅਸੀਂ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਹੀ ਰਹਿਣਾ। ਚਾਹੇ ਤਨ ਕਰਕੇ ਸਾਨੂੰ ਨਹੀਂ ਵੀ ਕੋਈ ਰੋਗ, ਮਾਨਸਿਕ ਤੌਰ 'ਤੇ ਅਸੀਂ ਰੋਗੀ। ਜੀਵ ਇਕੱਲਾ ਬੈਠਾ ਉਹ ਇਕੱਲਾ ਹੀ ਦੁਖੀ ਹੋਈ ਜਾਂਦਾ, ਵਿਚਾਰ ਲਈ ਜਾਂਦਾ, ਫੁਰਨੇ ਲਈ ਜਾਂਦਾ ਅਤੇ ਦੁਖੀ ਹੋਈ ਜਾਂਦਾ। ਹੁਣ ਦੁੱਖ ਦਾ ਜਿਹੜਾ ਕਾਰਨ ਹੈ ਉਹਨੇ ਵਿਚਾਰ, ਉਹਨੇ ਫੁਰਨੇ, ਅਤੇ ਵਿਚਾਰ ਸਾਨੂੰ ਆਉਂਦੇ ਜਦੋਂ ਅਸੀਂ ਆਪਦੀ ਮੱਤ ਵਰਤਦੇ। ਜਦੋਂ ਅਸੀਂ ਆਸ਼ਾ ਅਭਿਲਾਸ਼ਾ ਦੇ ਵਿੱਚ ਚੱਲਦੇ ਹਾਂ, ਚਿੰਤਾ ਫਿਕਰਾਂ ਦੇ ਵਿੱਚ ਚੱਲਦੇ ਹਾਂ, ਉਹ ਸਾਡੇ ਵਿਚਾਰ ਬਣਦੇ। ਹੁਣ ਉਹ ਵਿਚਾਰਾਂ ਦੇ ਵਿੱਚ ਹੀ ਦੁੱਖ ਹੈ, ਵਿਚਾਰਾਂ ਦੇ ਵਿੱਚ ਹੀ ਪਾਪ ਪੁੰਨ ਹੈ, ਵਿਚਾਰਾਂ ਦੇ ਵਿੱਚ ਹੀ ਦੁੱਖ ਸੁੱਖ ਹੈ। ਵਿਚਾਰਾਂ ਦੇ ਹੀ ਸਾਰੇ ਇੱਧਰ ਸੰਸਾਰ ਦੇ ਰਿਸ਼ਤੇ ਨਾਤੇ ਨੇ, ਜੋ ਵੀ ਦੁਨੀਆਦਾਰੀ 'ਤੇ ਜਿਹਦੇ ਨਾਲ ਆਪਣਾ ਵਿਚਾਰ ਮਿਲਦੇ ਉਹਦੇ ਨਾਲ ਸਾਡਾ ਰਿਸ਼ਤਾ ਹੈ। ਜਦੋਂ ਵਿਚਾਰ ਨਹੀਂ ਮਿਲਦੇ ਤਾਂ ਉਹ ਰਿਸ਼ਤਾ ਖਤਮ ਹੋ ਜਾਂਦਾ। ਹੁਣ ਇਹ ਸਾਰਾ ਖੇਲ ਹੀ ਵਿਚਾਰਾਂ ਦਾ, ਫੁਰਨਿਆਂ ਦਾ। ਹੁਣ ਆਪਾਂ ਨੂੰ ਕਹਿੰਦੇ ਵੀ ਇਹ ਵਿਚਾਰਾਂ ਦੇ ਵਿੱਚ ਹੀ, ਪਾਪ ਪੁੰਨ ਦੇ ਵਿੱਚ ਜੀਵ ਸਾਰੇ ਜਿਹੜੇ ਇਹ ਬੱਝੇ ਹੋਏ, ਚੰਗੇ ਮਾੜੇ ਦੇ ਵਿੱਚ, ਵੀ ਆਹ ਬੜਾ ਚੰਗਾ, ਬੜਾ ਮਾੜਾ। ਹੁਣ ਆਪਾਂ ਨੂੰ ਗੁਰਬਾਣੀ ਗੁਰੂ ਇਹਨਾਂ ਦੋਵਾਂ ਤੋਂ ਉੱਪਰ ਉਠਾਉਂਦੀ ਵੀ ਅਸਲ ਭਗਤ ਹੈ ਜਿਹੜਾ ਉਹ ਹੈ ਜਿਹੜਾ ਦੋਵਾਂ ਤੋਂ ਉੱਪਰ, ਚੰਗੇ ਮਾੜੇ ਤੋਂ, ਪਾਪ ਪੁੰਨ ਤੋਂ, ਸੁੱਖ ਦੁੱਖ ਤੋਂ, ਹਰਖ ਸੋਗ ਤੋਂ, ਜਿਹੜਾ ਦੋਵਾਂ ਤੋਂ ਉੱਪਰ ਗੁਰਬਾਣੀ ਗੁਰੂ ਉਹਨੂੰ ਭਗਤ ਕਹਿੰਦੇ। ਮਾਰੇ ਫਰਮਾਉਂਦੇ ਦੋ ਕਰਿਤ ਸੋ ਕਰਿਤ ਮੱਧੇ ਸੰਸਾਰ ਸਗਲਾਣ, ਦੋਹੂ ਤੇ ਰਹਿਤ ਭਗਤ ਹੈ ਕੋ ਵਿਰਲਾ ਜਾਣਾ। ਬਈ ਜਿਹੜਾ ਭਗਤ ਹੈ ਉਹ ਦੋਵਾਂ ਤੋਂ ਰਹਿਤ, ਉਹ ਚੰਗੇ ਮਾੜੇ ਤੋਂ, ਪਾਪ ਪੁੰਨ ਤੋਂ ਉੱਪਰ। ਉਹਨੂੰ ਪਤਾ ਵੀ ਇਹ ਪਾਪ ਪੁੰਨ ਜਿਹੜੇ ਇਹ ਵਿਚਾਰਾਂ ਦੇ ਵਿੱਚ। ਪਾਈਆਂ ਭਗਤਾਂ ਨੇ ਆਖਿਆ ਪਾਪ ਪੁੰਨ ਦੋਈ ਇੱਕ ਸਮਾਨ। ਵੀ ਚਾਹੇ ਪਾਪ ਨੇ ਚਾਹੇ ਪੁੰਨ ਨੇ, ਹੈ ਤਾਂ ਵਿਚਾਰ ਹੀ ਨਹੀਂ, ਹੋਰ ਨਹੀਂ ਹੈ। ਅਸੀਂ ਇਹਨਾਂ ਦੇ ਵਿੱਚ ਮੁਕਤ ਨਹੀਂ ਹੋ ਸਕਦੇ। ਮਹਾਰਾਜ ਤਾਈਓ ਕਹਿੰਦੇ ਵੀ ਇਹ ਇੱਕ ਸਮਾਨ, ਗੁਣ ਔਗਣ ਸਮਾਨ ਹੈ, ਜੇ ਆਪ ਕੀਤੇ ਕਰਤਾਰ। ਜਦੋਂ ਗੁਰਮੁਖਾਂ ਨੇ ਦੇਖਿਆ ਜਾ ਕੇ ਤੇ ਉਹਨਾਂ ਨੇ ਆਖਿਆ ਵੀ ਇਹ ਤਾਂ ਸਮਾਨ ਹੀ ਹੈ, ਇੱਕੋ ਜਿਹੀ। ਗੁਣ ਤੇ ਔਗਣ, ਪਾਪ ਤੇ ਪੁੰਨ, ਵੀ ਇਹ ਵਿਚਾਰਾਂ ਦੇ ਵਿੱਚ ਨੇ। ਅਸੀਂ ਇਹਨਾਂ ਦੇ ਵਿੱਚ ਮੁਕਤ ਨਹੀਂ ਹੋ ਸਕਦੇ। ਜਿਵੇਂ ਕੋਈ ਜੀਵ ਆਖੇ ਵੀ ਮੈਂ ਬਹੁਤ ਪੁੰਨ ਕਰਦਾ ਜੀ, ਵੀ ਇਹਦੇ ਨਾਲ ਮੈਂ ਮੁਕਤ ਹੋ ਜਾਂ, ਕਿ ਨਹੀਂ ਹੋ ਸਕਦਾ। ਕਿਉਂਕਿ ਮੁਕਤ ਅਸੀਂ ਨਾਮ ਤੋਂ ਬਿਨਾਂ ਨਹੀਂ ਹੋ ਸਕਦੇ, ਭਗਤੀ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ। ਜਦ ਤੱਕ ਅਸੀਂ ਨਾਮ ਨੂੰ ਬੁੱਝਾਂਗੇ ਨਹੀਂ, ਉਹਨਾਂ ਸਮਾਂ ਸਾਡਾ ਜਿਹੜਾ ਆਉਣ ਜਾਣ ਇਹ ਦੋਵੇਂ ਬਣੇ ਹੀ ਰਹਿਣੇ। ਬਾਰੇ ਤਾਈਓ ਫਰਮਾਉਂਦੇ ਨਾਨਕ ਨਾਮ ਵਸਾਰਿਆਂ ਆਵਣ ਜਾਣਾ ਦੋਈ। ਬਈ ਨਾਮ ਨੂੰ ਵਸਾਰ ਕੇ ਸਾਡਾ ਆਉਣਾ ਅਤੇ ਜਾਣਾ ਇਹ ਦੋਨੇ ਬਣੇ ਰਹੇ। ਹੁਣ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਮੁਕਤ ਹੋਣਾ ਫਿਰ ਨਾਮ ਦੇ ਨਾਲ ਜੁੜੋ। ਹੁਣ ਨਾਮ ਹੈ ਜਿਹੜਾ
ਉਹਦੇ ਨਾਲ ਜੁੜਨ ਵਾਸਤੇ ਉਹ ਇਹਨਾਂ ਤੋਂ ਉੱਪਰ ਹੈ। ਪਾਪ ਪੁੰਨ ਤੋਂ, ਸੁੱਖ ਦੁੱਖ ਤੋਂ, ਇਸ ਸੰਸਾਰ ਦੀ ਭਾਸ਼ਾ ਤੋਂ। ਕਿਉਂਕਿ ਇਹ ਸਾਰਾ ਕੁਛ ਜਿਹੜਾ ਚੰਗਾ ਮਾੜਾ ਪਾਪ ਪੁੰਨ ਇਹ ਵਿਚਾਰਾਂ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ ਜਿਹੜੀ ਅਸੀਂ ਇਹ ਭਾਸ਼ਾ ਬੋਲਦੇ ਹਾਂ, ਇਹਨੂੰ ਕੱਚੀ ਬਾਣੀ ਕਹਿੰਦੇ। ਪੌਣ ਪਾਣੀ ਵਸੰਤਰ ਦੁਬਾਰਾ ਪ੍ਰਗਟ ਹੁੰਦੀ। ਜਿੱਥੇ ਇਹ ਭਾਸ਼ਾ ਖਤਮ ਹੋ ਜਾਂਦੀ, ਜਿੱਥੇ ਇਹ ਵਿਚਾਰ ਖਤਮ ਹੋ ਜਾਂਦੀ, ਉਸ ਤੋਂ ਅੱਗੇ ਨਾਮ ਸ਼ੁਰੂ ਹੁੰਦਾ। ਮਾਰੇ ਫਰਮਾਉਂਦੇ ਪੌਣ ਪਾਣੀ ਅਗਨੀ ਵਿਸਰਾਓ, ਤਹੀਂ ਨਿਰੰਜਨ ਸਾਚਾ ਨਾਉ। ਬਈ ਜਿੱਥੇ ਪਾਪ ਪੁੰਨ ਖਤਮ ਹੋ ਗਏ, ਜਿੱਥੇ ਭਾਸ਼ਾ ਖਤਮ ਹੋ ਗਈ, ਉਸ ਤੋਂ ਅੱਗੇ ਨਾਮ ਸ਼ੁਰੂ ਹੋਣ। ਹੁਣ ਜੇ ਅਸੀਂ ਇਹਨਾਂ ਦੇ ਵਿੱਚ ਹੀ ਪਏ ਰਹੇ, ਵਿਚਾਰਾਂ ਦੇ ਵਿੱਚ ਹੀ, ਤਾਂ ਅਸੀਂ ਨਾਮ ਤੱਕ ਪਹੁੰਚ ਹੀ ਨਹੀਂ ਸਕਾਂਗੇ। ਜੇ ਅਸੀਂ ਇਹ ਪਾਪ ਪੁੰਨ ਦੇ ਵਿੱਚ ਹੀ ਲੱਗੇ ਰਹੇ, ਵਿਚਾਰਾਂ 'ਚ ਹੀ ਲੱਗੇ ਰਹੇ, ਫਿਰ ਅਸੀਂ ਉਹ ਨਾਮ ਤੱਕ ਨਹੀਂ ਪਹੁੰਚ ਸਕਦੇ। ਨਾਮ ਤੱਕ ਪਹੁੰਚਣ ਵਾਸਤੇ ਸਾਨੂੰ ਫਿਰ ਇਹ ਵਿਚਾਰਾਂ ਤੋਂ ਰਹਿਤ ਹੋਣ ਲਈ ਸਿਮਰਨ ਕਰਨਾ ਪੈਣਾ। ਨਾਲ ਨਾਲ ਮਨ ਨੂੰ ਗੁਰੂ ਦੀ ਮੱਤ ਸਾਨੂੰ ਗਿਆਨ ਦੇਣਾ ਪੈਣਾ। ਫਿਰ ਹੀ ਸਾਡਾ ਮਨ ਜਿਹੜਾ ਉਹ ਵਸ ਵਿੱਚ ਆਉਂਦਾ, ਅਤੇ ਫਿਰ ਹੀ ਇਹ ਘਰ ਜਾਂਦਾ ਜਿੱਥੇ ਨਾਮ। ਮਾਰੇ ਫਰਮਾਉਂਦੇ ਮਨੁਆ ਕਿਉਂ ਕਰ ਵਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਕਰ ਆਵੇ। ਗਿਆਨ ਦੀ ਮੱਤ ਦੇ ਕੇ ਅਸੀਂ ਇਹ ਆਪਣੇ ਮਨ ਨੂੰ ਘਰ ਬਿਠਾ ਸਕਦੇ, ਜਿੱਥੇ ਸੌਖੀ ਸੁੱਖ, ਜਿੱਥੇ ਆਨੰਦ ਹੀ ਆਨੰਦ। ਹੁਣ ਉਹਦੇ ਵਾਸਤੇ ਸਾਨੂੰ ਫਿਰ ਆਪਦੀ ਮੱਤ ਛੱਡਣੀ ਪੈਣੀ। ਗੁਰੂ ਦੀ ਮੱਤ ਲੈਣ ਵਾਸਤੇ, ਗਿਆਨ ਲੈਣ ਵਾਸਤੇ, ਇਹ ਜਿਹੜਾ ਗਿਆਨ ਹੈ ਗੱਲਾਂ ਬਾਤਾਂ ਨਾਲ ਨਹੀਂ ਮਿਲਦਾ। ਇਹ ਗਿਆਨ ਕਿਸੇ ਚਤਰਾਈ ਜਾਂ ਕਿਸੇ ਸਿਆਣਪ ਨਾਲ ਨਹੀਂ ਮਿਲਦਾ। ਮਾਰੇ ਤਾਈਓ ਫਰਮਾਉਂਦੇ ਗਿਆਨ ਨਾ ਗੱਲੀ ਢੂੰਡੀਏ, ਕਥਨਾ ਕਰੜਾ ਸਾਰ। ਬਈ ਇਹ ਜਿਹੜਾ ਗਿਆਨ ਹੈ ਗੱਲਾਂ ਦੇ ਨਾਲ ਨਹੀਂ ਮਿਲਦਾ। ਆਪਦੀ ਮੱਤ ਦੁਆਰਾ ਅਸੀਂ ਸੰਸਾਰ ਦਾ ਗਿਆਨ ਤਾਂ ਇਕੱਠਾ ਕਰ ਸਕਦੇ ਹਾਂ, ਬਾਹਰ ਦਾ, ਪਰ ਸਾਨੂੰ ਆਪਦੇ ਅੰਦਰ ਦਾ ਗਿਆਨ ਨਹੀਂ ਹੋਏਗਾ, ਅੰਦਰ ਦੀ ਸੋਝੀ ਨਹੀਂ ਆਏਗੀ। ਤਾਈਓ ਸਾਨੂੰ ਕਹਿੰਦੇ ਵੀ ਬਾਹਰੀ ਕਿੰਨਾ ਵੀ ਗਿਆਨ ਹੋ ਜੇ, ਉਦਾਹਰਨ ਦੇ ਕੇ ਸਮਝਾਉਂਦੇ ਵੀ ਹਜ਼ਾਰਾਂ ਚੰਦਰਮਾ ਸੂਰਜ ਚੜ੍ਹਿਆ, ਇੰਨਾ ਗਿਆਨ ਹੋਣ ਦੇ ਬਾਵਜੂਦ ਵੀ ਜਦ ਤੱਕ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਆਉਂਦੇ, ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਰਹਿੰਦਾ, ਉਹ ਖਤਮ ਨਹੀਂ ਹੁੰਦਾ। ਮਾਰੇ ਤਾਈਓ ਫਰਮਾਉਂਦੇ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਈ ਗੁਰੂ ਤੋਂ ਬਿਨਾਂ ਸਾਨੂੰ ਸਮਝ ਨਹੀਂ ਆਉਂਦੀ, ਗੁਰੂ ਤੋਂ ਬਿਨਾਂ ਸਾਨੂੰ ਇਹ ਸੋਝੀ ਨਹੀਂ ਆ ਸਕਦੀ। ਗੁਰੂ ਤੋਂ ਬਿਨਾਂ ਸਾਡੀ ਬੁੱਧ ਵਿਵੇਕ ਨਹੀਂ ਹੋ ਸਕਦੀ, ਗੁਰੂ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ, ਗੁਰੂ ਤੋਂ ਬਿਨਾਂ ਇਹ ਅਗਿਆਨਤਾ ਦਾ ਹਨੇਰਾ ਕੱਟਿਆ ਨਹੀਂ ਜਾਂਦਾ। ਮਾਰੇ ਤਾਈਓ ਫਰਮਾਉਂਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਬਈ ਗੁਰੂ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ, ਗੁਰੂ ਤੋਂ ਬਿਨਾਂ ਸਾਨੂੰ ਇਹ ਸੋਝੀ ਨਹੀਂ ਆ ਸਕਦੀ। ਤਾਈਓ ਫਿਰ ਆਪਾਂ ਨੂੰ ਉਦਾਹਰਨਾਂ ਦਿੱਤੀਆਂ ਵੀ ਜਿਵੇਂ ਇੱਕ ਰਾਜਾ ਹੋਇਆ, ਰਾਜਾ ਜਨਕ। ਉਹ ਬੜੇ ਯੋਧੇ ਸੀ, ਬੜੇ ਮਹਾਬਲੀ ਸੀ, ਆਪਣੀ ਮਤ ਨਾਲ ਭਗਤੀ ਵੀ ਕਰਦੇ ਸੀ ਅਤੇ ਯੋਧੇ ਵੀ ਸੀ, ਤਾਕਤਵਰ ਬਹੁਤ ਸੀ। ਉਹਨਾਂ ਨੂੰ ਕਿਸੇ ਨੇ ਆਖਿਆ ਵੀ ਠੀਕ ਹੈ, ਤੁਸੀਂ ਬਹੁਤ ਬਲਵਾਨ ਹੋ ਅਤੇ ਆਪਦੀ ਮਤ ਦੁਆਰਾ ਭਗਤੀ ਵੀ ਕਰਦੇ ਹੋ, ਪਰ ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੋ ਸਕਦੀ। ਇਹਦੇ ਵਾਸਤੇ ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਅਤੇ ਉਹਨਾਂ ਨੂੰ ਉਹਨਾਂ ਦੀ ਗੱਲ ਜਚੀ ਅਤੇ ਉਹਨਾਂ ਨੇ ਸਾਰੇ ਜਿਹੜਾ ਆਪਦਾ ਢੰਡੋਰਾ ਫਰਾ ਦਿੱਤਾ ਵੀ ਮੈਂ ਗੁਰੂ ਧਾਰਨ ਕਰਨਾ।
ਹੁਣ ਜਿਹੜੇ ਵੀ ਉਸ ਸਮੇਂ ਆਪਦੇ ਆਪ ਨੂੰ ਵਿਦਵਾਨ ਅਖਵਾਉਂਦੇ ਸੀ ਵੀ ਰਾਜੇ ਨੇ ਗੁਰੂ ਧਾਰਨ ਕਰਨਾ, ਕਿਉਂ ਨਾ ਅਸੀਂ ਵੀ ਰਾਜੇ ਦੇ ਗੁਰੂ ਬਣੀ। ਬਹੁਤ ਸਾਰਾ ਇਕੱਠ ਜਿਹੜਾ ਹੋਇਆ ਅਤੇ ਦਰਬਾਰ ਸਜੇ ਆ। ਜਦੋਂ ਸਾਰੇ ਬੈਠੇ ਤੇ ਉੱਥੇ ਅਸ਼ਟਾਵਕਰ ਸੀ, ਉਹ ਵੀ ਆਇਆ। ਜਦੋਂ ਆਇਆ ਸਾਰੇ ਵਿਦਵਾਨ ਜਿਹੜੇ ਸੀ ਉਹਨੂੰ ਦੇਖ ਕੇ ਹੱਸ ਪਏ, ਕਿਉਂਕਿ ਉਹਦਾ ਜਿਹੜਾ ਸਰੀਰ ਸੀ ਉਹ ਠੀਕ ਨਹੀਂ ਸੀ, ਉਹਦੇ ਵਿੱਚ ਬਲ ਪੈਂਦੇ ਸੀ, ਉਹ ਸਿੱਧਾ ਤੁਰਮ ਨਹੀਂ ਸੀ ਸਕਦਾ। ਉਹਨੂੰ ਦੇਖ ਕੇ ਜਦੋਂ ਹੱਸੇ ਤੇ ਉਹਨੇ ਆਖਿਆ ਵੀ ਤੁਸੀਂ ਸਿਰਫ ਅਜੇ ਚੰਮ ਦੇਖੇ, ਸਰੀਰ ਨੂੰ ਦੇਖ ਕੇ ਹੱਸੇ ਨਾ, ਹਜੇ ਗਿਆਨ ਦੀ ਤਾਂ ਪਰਖ ਹੀ ਨਹੀਂ ਹੋਈ। ਜਦੋਂ ਰਾਜਾ ਆਇਆ ਦਰਬਾਰ ਦੇ ਵਿੱਚ ਤੇ ਉਹਨੇ ਦੇਖਿਆ ਵੀ ਇਹ ਤਾਂ ਬਹੁਤ ਸਾਰੇ ਨੇ ਤੇ ਗੁਰੂ ਧਾਰਨ ਕਰਨਾ ਇੱਕ, ਤੇ ਹੁਣ ਪਤਾ ਕਿਵੇਂ ਲੱਗੇ ਵੀ ਕੌਣ ਗੁਰੂ ਦੀ ਪਦਵੀ ਤੇ ਕਿਹੜਾ ਗੁਰੂ ਹੈ, ਕਿਹੜਾ ਅਸਲੀ ਹੈ ਤੇ ਕਿਹੜੇ ਨਕਲੀ ਨੇ। ਹੁਣ ਉਹਨੇ ਫਿਰ ਸ਼ਰਤ ਇਹ ਰੱਖੀ ਵੀ ਮੈਨੂੰ ਜਿਹੜਾ ਇੰਨੀ ਛੇਤੀ ਉਪਦੇਸ਼ ਕਰਕੇ ਗਿਆਨ ਕਰਾ ਦੇਗਾ ਵੀ ਮੈਂ ਉਹਨੂੰ ਗੁਰੂ ਧਾਰਨ ਕਰਾਂਗਾ, ਵੀ ਜਿਹੜਾ ਮੇਰਾ ਇੱਕ ਪੈਰ ਘੋੜੇ ਦੀ ਰਕਾਬ 'ਤੇ ਹੋਵੇ, ਜਦੋਂ ਮੈਂ ਉਹਦੇ ਉੱਪਰ ਚੜ੍ਹਾਂ ਦੂਜਾ ਪੈਰ ਘੋੜੇ ਦੀ ਰਕਾਬ 'ਤੇ ਰੱਖਾਂ ਅਤੇ ਮੈਨੂੰ ਗਿਆਨ ਕਰਾ ਦੇ, ਮੈਨੂੰ ਉਪਦੇਸ਼ ਦੇ ਦੇ, ਉਹਨੂੰ ਗੁਰੂ ਧਾਰਨ ਕਰਾਂਗਾ। ਹੁਣ ਸਾਰੇ ਸੀ ਜਿਹੜੇ ਉਹ ਨੀਵੀਆਂ ਪਾ ਗਏ, ਕਿਉਂਕਿ ਕਿਸੇ ਨੂੰ ਇਹ ਭੇਤ ਨਹੀਂ ਸੀ। ਜਿਹੜਾ ਅਸ਼ਟਾਵਕਰ ਸੀ ਉਹਨੂੰ ਗੁਰੂ ਦੀ ਪਦਵੀ ਸੀ, ਉਹਦਾ ਮਿਲਾਪ ਸੀ, ਮਾਲਕ ਨੂੰ ਮਿਲਿਆ ਹੋਇਆ ਸੀ। ਫਿਰ ਉਹ ਖੜਾ ਹੋਇਆ ਅਤੇ ਉਹਨਾਂ ਨੇ ਆਖਿਆ ਵੀ ਮੈਂ ਤੁਹਾਨੂੰ ਉਪਦੇਸ਼ ਕਰ ਸਕਦਾ, ਗਿਆਨ ਕਰਾ ਸਕਦਾ, ਪਰ ਗੁਰੂ ਦੀ ਵੀ ਪਹਿਲਾਂ ਕੁਝ ਸ਼ਰਤ ਹੁੰਦੀ, ਗੁਰੂ ਨੂੰ ਦਕਸ਼ਣਾ ਦੇਣੀ ਪੈਂਦੀ, ਗੁਰਦਕਸ਼ਣਾ। ਉਹ ਕਹਿੰਦੇ ਵੀ ਮੰਗੋ, ਕੀ ਮੰਗਦੇ, ਕੀ ਗੁਰੂ ਦਕਸ਼ਣਾ ਚਾਹੀਦੀ। ਫਿਰ ਉਹਨਾਂ ਨੇ ਆਖਿਆ ਵੀ ਜਿਹੜਾ ਗੁਰੂ ਹੁੰਦਾ ਉਹਨੂੰ ਆਪਣਾ ਮਨ ਅਤੇ ਸਵਾਸਾਂ ਦਾ ਧਨ ਹੈ ਜਿਹੜਾ ਉਹ ਅਰਪਣ ਕਰਨਾ ਪੈਂਦਾ। ਜੇ ਤੁਸੀਂ ਅਰਪਣ ਕਰਨ ਨੂੰ ਤਿਆਰ ਹੈ ਤਾਂ ਮੈਂ ਤੁਹਾਨੂੰ ਉਪਦੇਸ਼ ਦੇ ਸਕਦਾ, ਤੁਹਾਨੂੰ ਗਿਆਨ ਕਰਾ ਸਕਦਾ। ਉਹਨਾਂ ਨੇ ਆਖਿਆ ਵੀ ਠੀਕ ਹੈ, ਤੁਹਾਨੂੰ ਦਿੱਤਾ, ਮਨ ਵੀ ਦਿੱਤਾ ਅਤੇ ਸਵਾਸਾਂ ਦਾ ਧਨ ਵੀ ਦਿੱਤਾ, ਅਤੇ ਕਰਾਓ ਉਪਦੇਸ਼, ਦਿਓ ਗਿਆਨ। ਜਦੋਂ ਘੋੜੇ ਦੀ ਰਕਾਬ 'ਤੇ ਪੈਰ ਰੱਖ ਕੇ ਉੱਪਰ ਚੜ੍ਹਨ ਲੱਗੇ ਅਤੇ ਉਹਨਾਂ ਨੇ ਆਖਿਆ ਵੀ ਉੱਪਰ ਨਹੀਂ ਚੜ੍ਹਨਾ, ਥੱਲੇ ਉਤਰਿਓ, ਕਿਉਂਕਿ ਤੁਸੀਂ ਮੈਨੂੰ ਆਪਣਾ ਧਨ ਦੇ ਚੁੱਕੇ ਸਵਾਸਾਂ ਦਾ, ਆਪਦੀ ਮਰਜ਼ੀ ਨਾਲ ਨਹੀਂ ਕਰ ਸਕਦੇ ਹੁਣ ਕੁਛ। ਜਦੋਂ ਅਸੀਂ ਸਵਾਸਾਂ ਦਾ ਧਨ ਗੁਰੂ ਨੂੰ ਅਰਪਣ ਕਰ ਦਿੱਤਾ ਫਿਰ ਆਪਦੀ ਮੱਤ ਨਹੀਂ ਵਰਤ ਸਕਦੇ। ਉਹਨਾਂ ਨੂੰ ਸਮਝ ਲੱਗ ਗਈ। ਫਿਰ ਉਹਨਾਂ ਨੂੰ ਬਿਠਾ ਕੇ ਫਿਰ ਉਹਨਾਂ ਨੂੰ ਉਪਦੇਸ਼ ਦਿੱਤਾ, ਫਿਰ ਉਹਨਾਂ ਨੂੰ ਗਿਆਨ ਦਿੱਤਾ, ਫਿਰ ਜੋ ਸੱਚ ਸੀ ਉਹਨਾਂ ਨੂੰ ਬਾਹਰ ਦਿਖਾਇਆ, ਸੱਚ ਦੀ ਪਹਿਚਾਣ ਕਰਾਈ ਪਰਮਾਤਮਾ ਦੀ। ਅਤੇ ਫਿਰ ਉਹਨਾਂ ਨੇ ਇੰਨੀ ਭਗਤੀ ਕੀਤੀ, ਉਸੇ ਸੱਚ ਨੂੰ ਉਹਨਾਂ ਨੇ ਆਪਣੇ ਹਿਰਦੇ 'ਚ ਪ੍ਰਗਟ ਕਰ ਲਈ, ਆਪਣੇ ਅੰਦਰ ਪ੍ਰਗਟ ਕਰ ਲਈ। ਫਿਰ ਉਹਨਾਂ ਦੀ ਗੁਰਬਾਣੀ ਗੁਰੂ 'ਚ ਮਿਸਾਲ ਦਿੱਤੀ। ਮਹਾਰਾਜ ਕਹਿੰਦੇ ਵੀ ਉਹ ਜਨਕ ਹੈ ਵੀ ਜਿਹਨੇ ਪਰਮਾਤਮਾ ਨੂੰ ਜਾਣਿਆ, ਸੋ ਜਨਕ ਜਨ ਜਾਣੇ। ਉਹਨਾਂ ਨੇ ਫਿਰ ਇੰਨਾ ਸਿਮਰਨ, ਇੰਨੀ ਭਗਤੀ ਕੀਤੀ ਵੀ ਜਦੋਂ ਉਹਨਾਂ ਨੇ ਜਾਣਾ ਸੀ ਦੇਹ ਛੱਡ ਕੇ, ਜਦੋਂ ਉਹਨਾਂ ਦਾ ਸਮਾਂ ਆਇਆ ਜਾ ਰਹੇ ਸੀ ਅਤੇ ਉਹਨਾਂ ਨੇ ਸਾਰੇ ਨਰਕਾਂ ਦੇ ਜਿਹੜੇ ਕੁੰਡ ਸੀ ਉਹ ਸਾਰੇ ਖਾਲੀ ਕਰਾ ਦਿੱਤੇ। ਤਾਂਹੀਓ ਕਹਿੰਦੇ ਧੰਨ ਧੰਨ ਰਾਜਾ ਜਨਕ ਹੈ, ਜਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਜਦੋਂ ਗੁਰਮੁਖ ਜਾਂਦੇ ਨਾਮ ਦੇ ਵਿੱਚ ਸਮਾ ਕੇ ਭਵ ਸਾਗਰ ਥੱਲੇ ਰਹਿ ਜਾਂਦੇ, ਜਿੱਥੇ ਮਨਮੁਖਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ, ਜਿੱਥੇ ਉਹਨਾਂ ਨੂੰ ਅਗਨ ਦੇ ਕੁੰਡ ਦੇ ਵਿੱਚ ਸਾੜਿਆ ਜਾਂਦਾ, ਪਾਣੀ 'ਚ ਵਾੜਿਆ ਜਾਂਦਾ, ਜਿੱਥੇ ਹਾਹਾਕਾਰ ਘਲਾਟਾਂ ਪੈ ਰਹੀਆਂ, ਜਿੱਥੇ ਕੋਈ ਉਹਨਾਂ ਨੂੰ ਛਡਾਉਣ ਵਾਲਾ ਨਹੀਂ। ਜਦੋਂ ਰਾਜਾ ਜਨਕ ਜੀ ਉੱਪਰ ਦੀ ਜਾ ਰਹੇ, ਉਹਨਾਂ ਨੇ ਦੇਖਿਆ ਵੀ ਥੱਲੇ ਇੰਨੀਆਂ ਘਲਾਟਾਂ ਚੀਕਾਂ ਪੈ ਰਹੀਆਂ ਅਤੇ ਉਹ ਰੁਕ ਗਏ। ਜਿਉਂ ਹੀ ਉਹ ਰੁਕੇ ਅਤੇ ਸਾਰੇ ਹਫੜਾ ਦਫੜੀ ਮੱਚ ਗਈ। ਧਰਮ ਰਾਏ ਉਹ
फटाफट हाथ जोड़ के खड़ा हो गया भी गुरमुख काहतों रुक गई। जदों धर्म राय हाथ जोड़ के खड़ा होया तो धर्म राय नूं पुछण लगे भी ये इन्नियां आवाज़ां इन्नियां सजावां दित्तियां जा रही इन्हां नूं। ਉਹ ਫਿਰ ਧਰਮ ਰਾਏ ਕਹਿੰਦਾ ਵੀ ਇਹ ਨਾਮ ਤੋਂ ਹੀਣੇ ਨੇ, ਇਹਨਾਂ ਨੇ ਭਗਤੀ ਨਹੀਂ ਕੀਤੀ। ਮਾਨਸ ਜਾਮਾ ਤਾਂ ਮਿਲਿਆ, ਮਾਨਸ ਜਾਮੇ 'ਚ ਇਹਨਾਂ ਨੇ ਨਾ ਕਦੇ ਸਿਮਰਨ ਕੀਤਾ ਨਾ ਕਦੇ ਸਤ ਸੰਗਤ ਕੀਤੀ। ਇਹ ਉਹ ਜੀਵਨ। ਉਹ ਕਹਿੰਦੇ ਵੀ ਜੇ ਇਹਨਾਂ ਨੂੰ ਛਡਾਉਣਾ ਹੋਵੇ ਵੀ ਇਹਨਾਂ ਦਾ ਕਿਵੇਂ ਛੁਟਕਾਰਾ ਹੋਵੇ। ਉਹ ਕਹਿੰਦੇ ਵੀ ਇਹਨਾਂ ਦਾ ਛੁਟਕਾਰਾ ਹੋ ਸਕਦਾ ਵੀ ਜੇ ਕੋਈ ਗੁਰਮੁਖ ਆਪਦੀ ਭਗਤੀ ਦੇ ਵਿੱਚੋਂ ਇਹਨਾਂ ਨੂੰ ਦਵੇ ਹਿੱਸਾ ਤੇ ਫਿਰ ਇਹ ਛੁੱਟ ਸਕਦੀ। ਉਹ ਕਹਿੰਦੇ ਵੀ ਕਿੰਨਾ ਕੁ ਚਾਹੀਦਾ, ਉਹ ਤਾਂ ਮਾਲਕ ਦੀ ਇੱਛਾ ਸੀ। ਤੇ ਗੁਰਮੁਖ ਫਿਰ ਆਪਦੇ ਵਿੱਚੋਂ ਦੇਣ ਦੇ ਤਾਂ ਸੰਕੋਚ ਹੀ ਕਰਦੇ। ਉੱਥੇ ਹੀ ਬੈਠ ਕੇ ਕਹਿੰਦੇ ਇੱਥੇ ਬੈਠ ਕੇ ਹੀ ਕਰ ਲੈਂਦੇ ਇਹਨਾਂ ਵਾਸਤੇ। ਇੱਕ ਘੜੀ ਹੋਈ ਉਹਨਾਂ ਨੇ ਸਿਮਰਨ ਕੀਤਾ ਤੇ ਉਹ ਨਰਕਾਂ ਦੇ ਜਿਹੜੇ ਸਾਰੇ ਕੁੰਡ ਸੀ ਉਹ ਖਾਲੀ ਕਰਾ ਦਿੱਤੇ। ਸਾਰਿਆਂ ਦਾ ਹੀ ਛੁਟਕਾਰਾ ਹੋ ਕੇ ਸਾਰੀ ਮੁਕਤ ਕਰਾ ਦਿੱਤੀ। ਇੰਨੀ ਜ਼ਿਆਦਾ ਵਡਿਆਈ ਮਾਲਕ ਨੇ ਆਪਦੇ ਭਗਤਾਂ ਨੂੰ, ਉਹ ਹਰੀ ਦੇ ਜਨਾਂ ਨੂੰ ਦਿੱਤੀ ਹੈ ਵੀ ਜਿਹੜੇ ਨਾਮ ਦੇ ਵਿੱਚ ਸਮਾਏ ਨੇ ਤੇ ਜਿਹੜੇ ਮਾਲਕ ਨੂੰ ਮਿਲੇ ਹੋਏ। ਮਹਾਰਾਜ ਇਸ ਲਈ ਸੱਚੇ ਪਾਤਸ਼ਾਹ ਫਰਮਾਉਂਦੇ ਵੀ ਜਿੱਥੇ ਉਹ ਗੁਰਮੁਖ ਜਾਂਦੇ ਵੀ ਉਹ ਆਪ ਤਾਂ ਮੁਕਤ ਹੀ ਨੇ ਤੇ ਉਹ ਨਾਲ ਹੋਰਾਂ ਨੂੰ ਵੀ ਮੁਕਤ ਕਰਾ ਲੈਂਦੇ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਪੁਰੂ ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ ਤਿਸ ਅੰਤਰ ਨਾਮ ਨਿਧਾਨ ਹੈ ਨਾਮੋਂ ਪਰਵਰਿਆ। ਇਹ ਵਡਿਆਈਆਂ ਸਾਰੀਆਂ ਨਾਮ ਦੀਆਂ ਮਾਲਕ ਸੀ। ਇਹ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਨਾਮ ਸਤਿਗੁਰੂ ਆਪਾਂ ਨੂੰ ਕਹਿ ਰਹੇ, ਜਿਸ ਨਾਮ ਦੇ ਨਾਲ ਜੁੜਨ ਨੂੰ, ਉਹ ਨਾਮ ਕੋਈ ਮਾਮੂਲੀ ਨਹੀਂ। ਜੇ ਅਸੀਂ ਨਾਮ ਦੇ ਨਾਲ ਜੁੜ ਜਾਵਾਂਗੇ ਅਸੀਂ ਆਪ ਤਾਂ ਤਰਾਂਗੇ, ਨਾਲ ਅਸੀਂ ਹੋਰਾਂ ਨੂੰ ਵੀ ਤਾਰ ਸਕਦੇ। ਇਹ ਸਾਰੀ ਵਡਿਆਈ ਨਾਮ ਦੀ। ਤਾਈਆਂ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜਿਨ੍ਹਾਂ ਨੇ ਮਸ਼ੱਕਤ ਘਾਲਣਾ ਘਾਲ, ਉਹ ਆਪ ਤਾਂ ਤਰਦੇ ਹੀ, ਨਾਲ ਉਹਨਾਂ ਦੇ ਹੋਰ ਪਤਾ ਨਹੀਂ ਕਿੰਨਿਆਂ ਦਾ ਛੁਟਕਾਰਾ ਹੋ ਜਾਂਦਾ। ਆਵਾ ਰੋਜ਼ ਪੜ੍ਹਦੇ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵੀ ਉਹਨਾਂ ਦੇ ਨਾਲ ਹੋਰ ਪਤਾ ਨਹੀਂ ਕਿਤੇ ਕਿੰਨੇ ਉਹਨਾਂ ਦਾ ਸੰਗ ਕਰਕੇ ਛੁੱਟ ਜਾਂਦੇ, ਉਹਨਾਂ ਦਾ ਛੁਟਕਾਰਾ ਹੋ ਜਾਂਦਾ। ਹੌਲੀ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਵਡਿਆਈ ਹੈ ਸਾਧ ਸੰਗਤ। ਜਿਨ੍ਹਾਂ ਨੂੰ ਮਿਲ ਜਾਂਦੀ ਫਿਰ ਉਹ ਤਰ ਜਾਂਦੇ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ। ਉਹਦੇ ਦਾਸਾਂ ਦੀ ਇੰਨੀ ਵਡਿਆਈ, ਇੰਨੀ ਮਹਿਮਾ ਕੀਤੀ ਸਤਿਗੁਰਾਂ ਨੇ ਕਿਰਪਾ ਵਿੱਚ, ਤਾਂ ਕਰਕੇ ਫਿਰ ਸਾਧੂ ਜਨਾਂ ਦੇ ਚਰਨਾਂ ਦੀ ਧੂੜੀ ਮੰਗਦੀ। ਤਾਂ ਬੇਨਤੀਆਂ ਕਰਦੇ ਵੀ ਸਾਡੇ ਤੇ ਬਖਸ਼ਿਸ਼ ਕਰੋ, ਸਾਨੂੰ ਸਾਧ ਸੰਗਤ ਮਿਲੋ, ਸਾਨੂੰ ਸਾਧੂ ਜਨਾਂ ਦਾ ਸੰਗ ਕਰਾ ਦੇ। ਮਹਾਰਾਜ ਇਸ ਲਈ ਫਰਮਾਉਂਦੇ ਕਹੋ ਨਾਨਕ ਬੜਾ ਬਖਸ਼ ਕਰੀਜੈ, ਕਰ ਕਿਰਪਾ ਮੋਹਿ ਸਾਧ ਸੰਗਤ ਵਿੱਚ। ਜਦੋਂ ਮਾਲਕ ਦੀ ਸਾਡੇ ਤੇ ਕਿਰਪਾ ਹੁੰਦੀ ਫਿਰ ਹੀ ਸਾਨੂੰ ਇਹ ਸਾਧ ਸੰਗਤ ਮਿਲਦੀ। ਜਿਸ ਤੇ ਕਿਰਪਾ ਕਰੇ ਇਸ ਸਤ ਸੰਗਤ ਮਿਲਾਈ। ਜਦੋਂ ਮਾਲਕ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਤ ਸੰਗਤ ਮਿਲਾਉਂਦੇ ਫਿਰ ਸਾਨੂੰ ਸੰਤ ਜਨਾਂ ਦਾ, ਸਾਧੂ ਜਨਾਂ ਦਾ ਸੰਗ ਤੇ ਫਿਰ ਉਹ ਸਾਨੂੰ ਇਹ ਭੇਟ ਦਿੰਦੇ, ਸਾਨੂੰ ਇਹ ਸੋਚੀ ਦਿੰਦੇ। ਫਿਰ ਉਹਨਾਂ ਦਾ ਸੰਗ ਕਰਕੇ ਉਹਨਾਂ ਦੇ ਚਰਨਾਂ ਦੀ ਧੂੜੀ ਲੈ ਕੇ ਉਹਨਾਂ ਦੇ ਬਚਨਾਂ ਫਿਰ ਉਹ ਸਾਡੇ ਮਨ ਦੇ ਉੱਤੇ ਪੈਂਦੀ ਤੇ ਸਾਡਾ ਮਨ ਨਿਰਮਲ ਹੋ ਜਾਂਦਾ, ਸਾਡਾ ਮਨ ਧੋਤਾ ਜਾਂਦਾ। ਫਿਰ ਜਿਹੜਾ ਮਨ ਨਿਰਮਲ ਹੈ ਉਹੀ ਉਹ ਨਾਮ ਤੱਕ ਪਹੁੰਚ ਸਕਦਾ, ਉਹੀ ਉਹ ਘਰ ਜਾ ਸਕਦਾ। ਜਦ ਤੱਕ ਅਸੀਂ ਆਪਦੀ ਮੱਤ ਵਰਤਦੇ ਹਾਂ, ਸਾਡੀ ਮੱਤ ਮੈਲੀ ਹੈ, ਉਹਨਾਂ ਸਮਾਂ ਫਿਰ ਅਸੀਂ ਘਰ ਨਹੀਂ ਜਾ ਸਕਦੇ। ਸੋ ਇਸ ਕਰਕੇ ਕਹਿੰਦੇ ਵੀ ਮਨ ਨੂੰ ਸ਼ੁੱਧ ਕਰੋ, ਮਨ ਨੂੰ ਧੋਵੋ। ਅਤੇ ਮਨ ਨੂੰ ਧੋਣ ਵਾਸਤੇ ਹੁਣ ਕਹਿੰਦੇ ਵੀ ਸਿਮਰਨ ਕਰੋ।
ਫਰਮਾਉਂਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਰੋਗਾ। ਆਓ ਹੁਣ ਕਿਵੇਂ ਸਾਡੇ ਮਨ ਦਾ ਇਸ਼ਨਾਨ ਹੋਣ, ਕਿਵੇਂ ਨਿਰੋਗ ਰਹਿਤ ਹੋਣ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਸਾਸ ਗਿਰਾ ਸਿਮਰਨ ਅਭਿਆਸ ਕਰਨ ਨੂੰ ਕਹਿ ਰਹੇ। ਆਓ ਸਾਰੇ ਗੁਰਮੁਖ ਪਿਆਰੀ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰੇ ਜਦੋਂ ਇਹ ਆਪਾਂ ਅਭਿਆਸ ਕਰਦੇ ਹਾਂ
ਇਹਦੇ ਨਾਲ ਆਪਣੇ ਮਨ ਤੋਂ ਜਿਹੜੀ ਮੈਲ ਹੈ ਮੈਲ ਲੈਂਦੀ। ਹੁਣ ਇਹ ਆਪਾਂ ਕੋਸ਼ਿਸ਼ ਕਰਨੀ ਹੁੰਦੀ ਬਹਿੰਦੇ ਉੱਠਦੇ ਚੱਲਦੇ ਫਿਰਦੇ ਵੀ ਤਾਂ ਕਿ ਅਸੀਂ ਸਿਮਰਨ ਕਰੀ ਜਾਈਏ, ਤਾਂ ਕਿ ਜੋ ਸਾਡੇ ਮਨ 'ਤੇ ਮੈਲ ਲੱਗਦੀ ਹੈ ਨਾਲ ਨਾਲ ਲਈ ਚੱਲੇ। ਜਿਵੇਂ ਆਪਾਂ ਨੂੰ ਉਦਾਹਰਨ ਦਿੰਦੇ ਵੀ ਅਸੀਂ ਚਿੱਟੇ ਵਸਤਰ ਪਾ ਕੇ ਅਸੀਂ ਕੱਜਲ ਦੀ ਕੋਠੜੀ 'ਚ ਵੜ ਜੀ, ਸਾਡੇ ਦਾਗ ਹੈ ਜਿਹੜਾ ਉਹ ਕਿਤੇ ਨਾ ਕਿਤੇ ਲੱਗ ਹੀ ਜਾ। ਹੁਣ ਇਹ ਸੰਸਾਰ ਦੇ ਵਿੱਚ ਵਿਚਰਦੇ ਹੋਏ ਸੰਸਾਰ ਦੇ ਵਿੱਚ ਜਦੋਂ ਆਪਾਂ ਚੱਲਦੇ ਹਾਂ, ਕਈ ਵਾਰ ਕਿਸੇ ਦੀ ਨਿੰਦਿਆ ਚੁਗਲੀ ਦੀਆਂ ਗੱਲਾਂ ਸਾਡੇ ਕੰਨਾਂ 'ਚ ਪੈ ਜਾਂਦੀ, ਉਹ ਦਾਗ ਨੇ। ਜੇ ਅਸੀਂ ਸਿਮਰਨ ਕਰਾਂਗੇ ਤਾਂ ਉਹ ਨਾਲ ਦੀ ਨਾਲ ਦਾਗ ਸਾਡੇ ਲਈ ਜਾਣਗੇ, ਅਸੀਂ ਝਾੜੀ ਜਾਵਾਂਗੇ ਉਹਨਾਂ ਨੂੰ ਅਤੇ ਉਹ ਦਾਗ ਪੱਕਣਗੇ। ਮਹਾਰਾਜ ਇਸ ਲਈ ਫਰਮਾਉਂਦੇ ਓੜੇ ਵਸਤਰ ਕਾਜਲ ਮੇਂ ਪੜਿਆ ਬੌਰ ਬੌਰ ਫਿਰ ਝਾੜੀ। ਬਈ ਜੇ ਅਸੀਂ ਕੱਜਲ ਦੀ ਕੋਠੜੀ 'ਚ ਵੜ ਗਏ ਅਤੇ ਕੋਈ ਦਾਗ ਲੱਗ ਗਿਆ ਤਾਂ ਉਹਨੂੰ ਝਾੜ ਦਿਓ ਫਟਾਫਟ, ਬਈ ਤਾਂ ਕਿ ਉਹ ਦਾਗ ਲੱਗਿਆ ਹੀ ਨਾ ਰਹਿ ਜੇ ਕਿਤੇ। ਸੋ ਇਸ ਕਰਕੇ ਹੁਣ ਇਸ ਸੰਸਾਰ ਦੇ ਵਿੱਚ ਵਿਚਰਦੇ ਹੋਏ ਆਪਾਂ ਸਿਮਰਨ ਕਰਦੇ ਰਹਿਣਾ ਹੁੰਦਾ ਵੀ ਜੇ ਕੋਈ ਕਿਸੇ ਦੀ ਨਿੰਦਿਆ ਸਾਡੇ ਕੰਨਾਂ 'ਚ ਪੈ ਗਈ ਅਤੇ ਨਾਲ ਦੀ ਨਾਲ ਉਹਨੂੰ ਸਾਫ਼ ਕਰ ਦਿਓ, ਤਾਂ ਕਿ ਸਾਡਾ ਜਿਹੜਾ ਮਨ ਹੈ ਉਹ ਨਿਰਮਲ ਰਹੇ, ਉਹਦੇ 'ਤੇ ਇਹ ਧੱਬੇ ਨਾ ਪੈ ਜਾਣ, ਮੈਲ ਨਾ ਲੱਗ ਜੇ, ਦਾਗ ਨਾ ਲੱਗ ਜਾਣ। ਸੋ ਤਾਂ ਕਰਕੇ ਫਿਰ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ ਹੁੰਦਾ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਕਾਹਲੀ ਨਹੀਂ ਪੈਣਾ ਵੀ ਇੰਨੀ ਛੇਤੀ ਇੰਨੇ ਸਮੇਂ 'ਚ ਅਸੀਂ ਕਰਨਾ, ਸਹਿਜ ਨਾਲ ਕਰਨਾ, ਥੋੜ੍ਹਾ ਸਮਾਂ ਜ਼ਿਆਦਾ ਲਾ ਲਓ, ਤਾਂ ਕਿ ਨਾਲ ਨਾਲ ਅਸੀਂ ਵਿਚਾਰੀਏ ਤਾਂ ਸਹੀ ਵੀ ਸਾਨੂੰ ਕਹਿੰਦੇ ਕੀ ਆਪਾਂ ਸੁੱਖ ਲੈਣਾ, ਆਨੰਦ ਲੈਣਾ। ਇਹ ਨਾ ਹੋਵੇ ਅਸੀਂ ਉੱਧਰੋਂ ਬਾਣੀ ਪੜ੍ਹੀਏ ਅਤੇ ਬਾਣੀ ਪੜ੍ਹਦੇ ਸਾਡਾ ਮਨ ਕਲਪੀ ਜਾ, ਅਤੇ ਫਿਰ ਸਾਨੂੰ ਫਾਇਦਾ ਕੀ ਹੈ ਪੜ੍ਹਨ। ਥੋੜ੍ਹਾ ਆਪਾਂ ਸੰਸਾਰ 'ਚ ਦੇਖਦੇ ਆ ਨਾ, ਕਈ ਉੱਦਾਂ ਤਾਂ ਬਾਣੀ ਪੜ੍ਹਦੇ ਉਹ ਕਲਪੀ ਜਾਂਦੇ, ਉਹ ਹੱਥ 'ਚ ਗੁਟਕਾ ਸਾਹਿਬ ਫੜਿਆ ਹੁੰਦਾ ਅਤੇ ਉਹ ਕਲਪੀ ਜਾਣ। ਮਹਾਰਾਜ ਕਹਿੰਦੇ ਵੀ ਇਹੋ ਜਿਹੇ ਪੜ੍ਹਨ ਨਾਲੋਂ ਤੂੰ ਥੋੜ੍ਹਾ ਸਹੀ ਦੇ ਵਿੱਚ ਵਿਚਾਰ ਤਾਂ ਸਹੀ ਵੀ ਮੈਂ ਕਰਦਾ ਕੀ। ਸੋ ਤਾਂ ਕਰਕੇ ਆਪਾਂ ਨੂੰ ਕਹਿੰਦੇ ਵੀ ਜਦੋਂ ਪੜ੍ਹਦੇ ਹੋ ਨਾਲ ਨਾਲ ਉਹਨੂੰ ਵਿਚਾਰੋ, ਤਾਂ ਕਿ ਸਾਡਾ ਜਿਹੜਾ ਮਨ ਉਹ ਹੋਰ ਪਾਸੇ ਨਾ ਜਾਵੇ। ਜਦੋਂ ਅਸੀਂ ਵਿਚਾਰਾਂਗੇ ਸਾਰੀ ਗੁਰਬਾਣੀ ਗੁਰੂ 'ਚ ਅੰਮ੍ਰਿਤ ਹੈ ਅਤੇ ਸਾਡੇ ਮਨ ਨੂੰ ਧੋ ਦੇਣਗੇ, ਸਾਡਾ ਮਨ ਨਿਰਮਲ ਹੋ ਜਾਏਗਾ। ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ ਹੁੰਦੀ, ਜਿੰਨੀ ਆਪਾਂ ਸੰਗਤ ਕਰਾਂਗੇ ਓਨਾ ਹੀ ਸਾਡਾ ਸਵਾਸਾਂ ਦਾ ਧਨ ਹੈ ਜਿਹੜਾ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਹੋਏਗਾ। ਜਿੰਨਾ ਸਾਡਾ ਧਨ ਜਮ੍ਹਾਂ ਹੋਏਗਾ ਓਨੇ ਅਸੀਂ ਸੌਖੇ ਹੋ ਜਾਵਾਂਗੇ। ਜਿਵੇਂ ਆਪਾਂ ਸੰਸਾਰ 'ਚ ਕਹਿੰਦੇ ਹਾਂ ਨਾ ਵੀ ਧਨ ਬੈਂਕ 'ਚ ਜਮ੍ਹਾਂ ਕਰਾ ਦਿਓ ਜੀ, ਔਰ ਇਸੇ ਤਰ੍ਹਾਂ ਹੀ ਇਹ ਸਾਡਾ ਸਵਾਸਾਂ ਦਾ ਧਨ ਆ ਨਿਰਗੁਣ ਦੇ ਖਜ਼ਾਨੇ 'ਚ ਸਾਹਮਣੇ ਬੈਂਕ ਹੈ, ਇੱਥੇ ਜਮ੍ਹਾਂ ਹੋਈ ਜਾਂਦਾ। ਜਿੰਨਾ ਅਸੀਂ ਵੱਧ ਸੰਗਤ ਕਰਾਂਗੇ, ਜਿੰਨਾ ਅਸੀਂ ਵੱਧ ਸਿਮਰਨ ਕਰਾਂਗੇ, ਓਨਾ ਹੀ ਧਨ ਸਾਡਾ ਵੱਧ ਜਮ੍ਹਾਂ ਹੋਈ ਜਾਵੇ। ਜਿੰਨਾ ਧਨ ਵੱਧ ਜਮ੍ਹਾਂ ਹੋਏਗਾ ਓਨਾ ਹੀ ਅਸੀਂ ਸੁਖੀ ਹੋ ਜਾਵਾਂਗੇ, ਓਨਾ ਹੀ ਸਾਡੇ ਮਨ ਨੂੰ ਸੁੱਖ ਸਹੂਲਤਾਂ ਮਿਲਦੀਆਂ, ਓਨਾ ਹੀ ਸਾਡੇ ਮਨ ਨੇ ਆਨੰਦ ਅਵਸਥਾ 'ਚ ਜਾਣਾ। ਅਤੇ ਇਹ ਹੁਣ ਆਪਣੇ 'ਤੇ ਵੀ ਅਸੀਂ ਕਿੰਨਾ ਕੁ ਧਨ ਜਮ੍ਹਾਂ ਕਰਾਉਂਦੇ, ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਵੱਧ ਤੋਂ ਵੱਧ ਸੰਗਤ ਕਰੋ ਅਤੇ ਇਹ ਧਨ ਹੈ ਜਿਹੜਾ ਵੱਧ ਤੋਂ ਵੱਧ ਜਮ੍ਹਾਂ ਕਰ। ਸੋ ਬਾਕੀ ਇਹ ਜੋ ਸਾਰਾ ਗਿਆਨ ਗੁਰਬਾਣੀ ਗੁਰੂ ਦੁਆਰਾ ਪੁੰਨ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਆਪਾਂ ਨੂੰ ਗੁਰਮੁਖਾਂ ਨੇ ਗਿਆਨ ਦਿੱਤਾ ਗੁਰਬਾਣੀ ਗੁਰੂ ਦੁਆਰਾ, ਉਸੇ ਨੂੰ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣਾ ਜਿਹੜਾ ਮਨ ਹੈ ਗਿਆਨ ਨੂੰ ਕਮਾ ਲਵੇ। ਇਹ ਗਿਆਨ ਆਪਣੇ ਹਿਰਦੇ 'ਚ ਵਸ ਜੇ, ਅਸੀਂ ਭੁੱਲੀਏ ਨਾ, ਅਸੀਂ ਵਿਸਰੀਏ ਨਾ। ਹੁਣ ਵਾਰ-ਵਾਰ ਸਾਡੇ ਮਨ ਨੂੰ ਤਾਂਹੀਓ ਸਮਝਾਇਆ ਜਾਂਦਾ ਕਿਉਂਕਿ ਭੁੱਲ ਜਾਂਦਾ। ਮਾਰੇ ਤਾਂਹੀਓ ਚੇਤੇ ਕਰਾਉਂਦੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਈ ਹੀ ਲਾਹੋ। ਹੁਣ ਇਹਨੂੰ ਰੋਜ਼ ਚੇਤੇ ਕਰਾਉਂਦੇ ਅਤੇ ਫਿਰ ਭੁੱਲ ਜਾਂਦਾ, ਤਾਂਹੀਓ ਇਹਨੂੰ ਫਿਰ ਚੇਤੇ ਕਰਾਉਂਦੇ ਵਾਰ-ਵਾਰ ਵੀ ਭੁੱਲਣਾ ਅਤੇ ਭੁਲਾਉਂਦੀ ਕੌਣ ਹੈ? ਮਾਇਆ। ਇਹ ਜਿਹੜੀ ਮਾਇਆ ਇਹ ਸਾਨੂੰ ਭੁਲਾਉਂਦੀ ਸਾਡੇ ਮਨ, ਅਤੇ ਤਾਂਹੀਓ
ਤਾਈਓ ਇਹ ਮਾਇਆ ਘਰ ਜਾ ਕੇ ਭੁੱਲਿਆ ਹੋਇਆ ਫਿਰ ਸੌ ਜਾਂਦਾ ਗਿਆਨਤਾ ਵਿੱਚ। ਭੁੱਲੋ ਮਨ ਮਾਇਆ ਘਰ ਜਾਈ। ਔਰ ਇਸ ਕਰਕੇ ਫਿਰ ਆਪਾਂ ਇਹਨੂੰ ਵਾਰ-ਵਾਰ ਦ੍ਰਿੜ ਕਰਦੇ ਗਿਆਨ ਨੂੰ, ਤਾਂ ਕਿ ਭੁੱਲੇ ਨਾ, ਸਾਨੂੰ ਵਿਸਰੇ।